ਸ਼੍ਰੀ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ, ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ, ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ, ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਕੈਦ ਬਿਖੈ ਮਹੀਪਾਲ ਬਿਸਾਲਾ, ਉਮਰ ਕੈਦ ਜਿਨ ਕੀ ਸਭ ਕਾਲਾ। ਕੈਦ ਬਿਖੈ ਮਹੀਪਾਲ ਬਿਸਾਲਾ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਭਨਾਂ ਦੀ ਹੀ ਇੱਜ਼ਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ
ਧੰਨ 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 ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਵਿਖੇ ਆਪਾਂ ਸਾਰੇ ਹੀ ਬੈਠ ਕੇ ਗੁਰੂ ਜੀ ਦੇ ਸੋਹਣੇ ਦਰਸ਼ਨ ਕਰ ਰਹੇ ਹਾਂ। ਆਪ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਪੰਨਾ, ਆਨੰਦ ਕਰਹਿ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਇਹ ਮੁੱਖ ਵਾਕ ਸ਼ਬਦ ਆਪ ਜੀ ਨੇ ਸਰਵਣ ਕੀਤਾ। ਕੁਝ ਸਮਾਂ ਲੜੀਵਾਰ ਕਥਾ ਪਿਆਰ ਦੇ ਨਾਲ ਬੈਠ ਕੇ ਆਪਾਂ ਸਰਵਣ ਕਰਨੀ ਹੈ। ਦੋਵੇਂ ਹੱਥ ਜੋੜ ਅਦਬ ਸਤਿਕਾਰ ਸਹਿਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਲੜੀਵਾਰ ਕਥਾ ਆਪ ਜੀ ਸਰਵਣ ਕਰਦੇ ਹੋ। ਤੁਸੀਂ ਸੁਣਿਆ ਚੰਦੂ ਨੇ ਨਜੂਮੀ ਦੇ ਕੋਲੋਂ ਅਖਵਾ ਕੇ ਬਾਦਸ਼ਾਹ ਨੂੰ ਤਿਆਰ ਕੀਤਾ ਜੀ। ਬਾਦਸ਼ਾਹ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਇਆ ਹੈ। ਸਤਿਗੁਰੂ ਜੀ ਨੂੰ ਆ ਕੇ ਨਮਸਕਾਰ ਕੀਤੀ ਹੈ। ਚਿਹਰਾ ਬੜਾ ਡਰਿਆ ਹੋਇਆ, ਕੁਮਲਾਇਆ ਹੋਇਆ ਹੈ ਜੀ। ਸਤਿਗੁਰੂ ਜੀ ਨੇ ਪੁੱਛਿਆ, ਮਹਾਰਾਜ ਅੰਤਰਜਾਮੀ ਗੁਰੂ ਹਰਗੋਬਿੰਦ ਸਾਹਿਬ ਸਾਰੀ ਗੱਲ ਜਾਣਦੇ ਹੈ, ਫਿਰ ਵੀ ਸਤਿਗੁਰੂ ਪੁੱਛਦੇ, ਬਾਦਸ਼ਾਹ ਕੀ ਗੱਲ ਹੈ, ਤੁਹਾਡਾ ਚਿਹਰਾ ਬੜਾ ਉਤਰਿਆ ਹੋਇਆ। ਬਾਦਸ਼ਾਹ ਬੜਾ ਦੀਨ ਜਿਹਾ ਹੋ ਕੇ ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਮੇਰੇ ਉੱਤੇ ਸਾੜ ਸਤੀ ਦਾ ਸਮਾਂ ਆ ਗਿਆ ਹੈ। ਮੈਨੂੰ ਨਜੂਮੀ ਨੇ ਆਖਿਆ ਮੇਰਾ ਮਾੜਾ ਸਮਾਂ ਸ਼ੁਰੂ ਹੋ ਗਿਆ ਹੈ, ਅਤੇ ਮੈਨੂੰ ਇਹ ਵੀ ਉਪਾਅ ਦੱਸਿਆ ਗਿਆ ਹੈ, ਜੇ ਤੁਸੀਂ ਕਿਲ੍ਹੇ ਦੇ ਵਿੱਚ ਬੈਠ ਕੇ, ਗਵਾਲੀਅਰ ਦੇ ਕਿਲ੍ਹੇ ਵਿੱਚ ਬੈਠ ਕੇ 40 ਦਿਨ ਮੇਰੇ ਵਾਸਤੇ ਜਪ ਤਪ ਕਰ ਦਿਓ, ਮੇਰਾ ਮਾੜਾ ਸਮਾਂ ਟਲ ਜਾਏਗਾ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਬੜੇ ਹੀ ਵੱਡੇ ਨੇ, ਬੜੇ ਹੀ ਵੱਡੇ ਨੇ। 40 ਦਿਨ ਕਿਸੇ ਵਾਸਤੇ ਜਾਪ ਕਰਨਾ ਜਿਹੜਾ ਨਾ ਮਹਾਰਾਜ ਦਾ, ਉਹ ਬੜੀ ਵੱਡੀ ਗੱਲ ਹੈਗੀ ਹੈ ਜੀ, ਬੜੀ ਵੱਡੀ ਗੱਲ ਹੈਗੀ ਹੈ। ਗੁਰੂ ਸਾਹਿਬ ਤੇ ਫੁਰਨਾ ਹੀ ਬਣਾਉਣ ਜੀ, ਅਤੇ ਕੁਝ ਦਾ ਕੁਝ ਕਰ ਦੇਣ ਜੀ ਬੰਦੇ ਦਾ। ਮਹਾਰਾਜ ਉਹਦੀ ਗੱਲ ਸੁਣ ਕੇ ਮੁਸਕਰਾ ਪਏ। ਕਿਉਂ? ਸਤਿਗੁਰੂ ਨੂੰ ਪਤਾ ਹੈ ਇਹ ਨਹੀਂ ਬੋਲ ਰਿਹਾ, ਇਹਦੇ ਪਿੱਛੇ ਚੰਦੂ ਬੋਲ ਰਿਹਾ ਹੈ। ਚੰਦੂ ਦਾ ਬੁਲਾਇਆ ਹੋਇਆ ਨਜੂਮੀ ਬੋਲਿਆ, ਨਜੂਮੀ ਦਾ ਬੁਲਾਇਆ ਹੋਇਆ ਇਹ ਬੋਲ ਪਿਆ। ਮਹਾਰਾਜ ਮੁਸਕਰਾ ਪਏ। ਮਹਾਰਾਜ ਨੇ ਵਿਚਾਰ ਕੀਤੀ ਵੀ ਜੇ ਅਸੀਂ ਇਹਨੂੰ ਨਾ ਕਰ ਦਿੱਤੀ ਨਾ, ਇਹਦੀ ਸ਼ਰਧਾ ਟੁੱਟ ਜੇਗੀ। ਸਤਿਗੁਰੂ ਕਹਿਣ ਲੱਗੇ ਮੁਸਕਰਾ ਕੇ, ਕਹਿੰਦੇ ਜਹਾਂਗੀਰ ਬਾਦਸ਼ਾਹ ਸਾੜ ਸਤੀ ਤੇਰੇ ਉੱਤੇ ਨਹੀਂ ਆਈ। ਕਹਿਣ ਲੱਗੇ ਚਿੰਤਾ ਨਾ ਕਰ, ਅਸੀਂ ਬੈਠੇ ਹਾਂ ਤੇਰੀ ਰਾਖੀ ਕਰਨ ਵਾਸਤੇ। ਜਿਹਦੇ ਉੱਤੇ ਸਾੜ ਸਤੀ ਆਈ ਹੈ ਨਾ, ਉਹ ਤੇਰੇ ਸਾਹਮਣੇ ਬੁਰੀ ਮੌਤੇ ਮਰੇਗਾ। ਕਹਿਣ ਲੱਗੇ ਸਤਿਗੁਰੂ ਜੀ ਸਾਰੀ ਗੱਲ ਜਾਣਦੇ ਆ। ਮਹਾਰਾਜ ਕਹਿੰਦੇ ਅਸੀਂ ਕਿਲ੍ਹੇ ਵਿੱਚ ਜਾਵਾਂਗੇ। ਪਿਆਰਿਓ, ਉੱਥੇ ਬੈਠਿਆਂ ਹੀ ਬਾਦਸ਼ਾਹ ਨੇ ਕਿਲ੍ਹੇ ਦਾ ਦਰੋਗਾ ਜਿਹਦਾ ਨਾਮ ਹਰਦਾਸ ਹੈ, ਉਹਨੂੰ ਇੱਕ ਚਿੱਠੀ ਲਿਖੀ ਹੈ। ਉਹਨੂੰ ਕੀ ਲਿਖਿਆ ਵੀ ਤੇਰੇ ਕੋਲ ਹਰਗੋਬਿੰਦ ਸਾਹਿਬ ਆ ਰਹੇ ਨੇ। ਕਿਲ੍ਹੇ ਦੇ ਵਿੱਚ ਜਿਹੜੀ ਸਭ ਤੋਂ ਵਧੀਆ ਜਗ੍ਹਾ, ਉੱਥੇ ਇਹਨਾਂ ਦਾ ਆਸਣ ਲਵਾ ਦੇਣਾ, ਜੋ ਮੰਗਣ ਉਹ ਦੇਣਾ। ਇਹਨਾਂ ਨੇ ਮੇਰੇ ਵਾਸਤੇ ਜਾਪ ਕਰਨਾ 40 ਦਿਨ ਵਾਸਤੇ। ਪਿਆਰਿਓ, ਇਹ ਚਿੱਠੀ ਪਹੁੰਚਾ ਦਿੱਤੀ ਉਹਨੇ ਜੀ ਵੀ ਇਹ ਗਵਾਲੀਅਰ ਦੇ ਕਿਲ੍ਹੇ ਵਿੱਚ ਦੇ ਆਓ। ਦਰੋਗੇ ਦਾ ਨਾਮ ਹਰਦਾਸ ਹੈ। ਗੁਰੂ ਸਾਹਿਬ ਨੇ ਚੱਲਣ ਦੀ ਤਿਆਰੀ ਕੀਤੀ ਹੈ। ਉੱਧਰ ਜਦੋਂ ਚਿੱਠੀ ਦਰੋਗੇ ਕੋਲ ਪਹੁੰਚੀ ਹੈ, ਦਰੋਗੇ ਦੀ ਖੁਸ਼ੀ ਦਾ ਅੰਤ ਨਹੀਂ ਰਿਹਾ ਜੀ। ਉਹਦਾ ਕਾਰਨ ਦਰੋਗਾ ਹਰਦਾਸ ਦਿਨ ਰਾਤ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸਾਂ ਕਰਦਾ ਹੁੰਦਾ ਸੀ, ਸਤਿਗੁਰੂ ਮੇਰੇ 'ਤੇ ਕਿਰਪਾ ਕਰੋ, ਮਹਾਰਾਜ ਮੈਨੂੰ ਦਰਸ਼ਨ ਬਖਸ਼ੋ, ਮੈਂ ਚੱਲ ਕੇ ਨਹੀਂ ਆ ਸਕਦਾ। ਕਿਉਂ? ਇਸ ਕਿਲ੍ਹੇ ਤੋਂ ਇੱਕ ਕੋ ਵੀ ਮੈਂ ਦੂਰ ਨਹੀਂ ਜਾ ਸਕਦਾ, ਕਿਰਪਾ ਕਰੋ। ਤੁਸੀਂ ਸਾਰਿਆਂ ਦੀਆਂ ਬੇਨਤੀਆਂ ਸੁਣਦੇ ਹੋ, ਮੈਨੂੰ ਕਦੋਂ ਦਰਸ਼ਨ ਹੋਣਗੇ? ਦਰੋਗਾ ਬੜੇ ਚਿਰ ਦੀਆਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸਾਂ ਕਰਦਾ ਹੈ ਜੀ। ਪਿਆਰਿਓ, ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ,
ਮਾਲਕ ਗੁਰੂ ਹਰਗੋਬਿੰਦ ਸਾਹਿਬ ਕਿਲੇ ਵਿੱਚ ਜਾ ਰਹੇ ਹੈ, ਸਭ ਤੋਂ ਪਹਿਲਾ ਕਾਰਨ ਇਹ ਹੈ, ਆਪਣੇ ਪਿਆਰੇ ਆਪਣੇ ਸਿੱਖ ਦਰੋਗੇ ਹਰਦਾਸ ਦੇ ਦਰਸ਼ਨਾਂ ਦੀ ਪਿਆਸ ਨੂੰ ਬੁਝਾਉਣਾ ਸੱਚੇ ਪਾਤਸ਼ਾਹ ਨੇ ਜੀ। ਉਹਦੇ ਤੇ ਮਿਹਰਾਂ ਕਰਨੀਆਂ, ਉਹਦੇ ਤੇ ਕਿਰਪਾ ਕਰਨੀ ਹੈ। ਸੱਚੇ ਪਾਤਸ਼ਾਹ ਮਹਾਰਾਜ ਦਰੋਗੇ ਦੇ ਵਾਹਿਗੁਰੂ ਗੁਰੂ ਜੀ ਦੇ ਆਉਣ ਦੀ ਖੁਸ਼ੀ ਦੀ ਖਬਰ ਜਿਹੜੀ ਹੈ ਉਹ ਦਰੋਗੇ ਦੇ ਅੰਦਰ ਸਮਾਈ ਨਹੀਂ ਜਾ ਰਹੀ ਜੀ। ਮਹਾਰਾਜ ਸਿੱਖਾਂ ਦੀਆਂ ਡਿਊਟੀਆਂ ਲਾ ਕੇ ਆਪਣੇ 5 ਸਿੱਖਾਂ ਨੂੰ ਲੈ ਕੇ ਪਿਆਰਿਓ ਗਵਾਲੀਅਰ ਦੇ ਕਿਲੇ 'ਚ ਪਹੁੰਚੇ ਹੈ। ਦਰੋਗੇ ਨੂੰ ਪਤਾ ਲੱਗਾ, ਦਰੋਗਾ ਉਡੀਕ ਰਿਹਾ ਸੀ। ਇੱਕ ਪਹਿਰੇਦਾਰ ਸਿਪਾਹੀ ਨੇ ਆ ਕੇ ਦਰੋਗੇ ਨੂੰ ਦੱਸਿਆ ਕਿ ਬਾਹਰ ਕੋਈ ਆਇਆ ਹੈ, ਬਹੁਤ ਸੋਹਣੇ ਨੇ, ਘੋੜੇ ਤੇ ਬੈਠੇ ਨੇ, ਨਾਲ ਉਹਨਾਂ ਦੇ 5 ਸਾਥੀ ਨੇ। ਦਰੋਗਾ ਬਾਹਰ ਆਇਆ, ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ। ਦਰੋਗੇ ਦੀ ਖੁਸ਼ੀ ਦਾ ਅੰਤ ਨਹੀਂ ਰਿਹਾ। ਸਾਧ ਸੰਗਤ ਜੀ ਗੱਜ ਕੇ ਆਖੋ ਵਾਹਿਗੁਰੂ। ਕਿਉਂ? ਬੜੇ ਚਿਰ ਦੀਆਂ ਸਤਿਗੁਰਾਂ ਦੇ ਚਰਨਾਂ 'ਚ ਅਰਦਾਸਾਂ ਕਰ ਰਿਹਾ ਹੈ, ਖੁਸ਼ੀ ਦਾ ਅੰਤ ਨਹੀਂ ਰਿਹਾ। ਮਹਾਰਾਜ ਨੂੰ ਮੱਥਾ ਟੇਕਿਆ, ਸਤਿਗੁਰਾਂ ਦੇ ਘੋੜੇ ਦੀ ਲਗਾਮ ਫੜ ਕੇ ਆਪ ਅੰਦਰ ਲੈ ਗਿਆ। ਜਿਹੜੀ ਕਿਲੇ ਵਿੱਚ ਸਭ ਤੋਂ ਵਧੀਆ ਜਗ੍ਹਾ ਸੀਗੀ, ਉੱਥੇ ਮੇਰੇ ਸਤਿਗੁਰਾਂ ਦਾ ਆਸਣ ਲਵਾਇਆ ਜੀ। ਸਤਿਗੁਰੂ ਬੈਠ ਗਏ। ਦਰੋਗਾ ਰੋ ਕੇ ਬੇਨਤੀ ਕਰਦਾ, ਮਹਾਰਾਜ ਤੁਸੀਂ ਦਰਸ਼ਨ ਦੇ ਕੇ ਮੈਨੂੰ ਨਿਹਾਲ ਕਰ ਦਿੱਤਾ। ਮਹਾਰਾਜ ਮੈਂ ਕਿਲੇ ਤੋਂ ਬਾਹਰ ਨਹੀਂ ਸੀ ਆ ਸਕਦਾ, ਮਹਾਰਾਜ ਤੁਸੀਂ ਮੈਨੂੰ ਦਰਸ਼ਨ ਦੇ ਕੇ ਨਿਹਾਲ ਕਰ ਦਿੱਤਾ। ਸੱਚੇ ਪਾਤਸ਼ਾਹ ਮੇਰੇ ਹਿਰਦੇ ਦੇ ਮਨੋਰਥ ਪੂਰੇ ਹੋ ਗਏ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤਾ, ਦਰੋਗੇ ਇਹ ਗੁਰੂ ਨਾਨਕ ਦਾ ਘਰ ਹੈ। ਜਿਹੜਾ ਗੁਰੂ ਨਾਨਕ ਸਾਹਿਬ ਦੇ ਘਰ ਤੇ ਸ਼ਰਧਾ ਰੱਖਦਾ ਹੈ, ਗੁਰੂ ਨਾਨਕ ਸਾਹਿਬ ਦੋਵਾਂ ਲੋਕਾਂ ਵਿੱਚ ਉਹਨੂੰ ਸੁਖੀ ਕਰ ਦਿੰਦੇ ਹੈ। ਇਸ ਲੋਕ 'ਚ ਵੀ ਤੂੰ ਸੁਖੀ ਹੈ, ਤੂੰ ਪਰਲੋਕ ਵਿੱਚ ਵੀ ਸੁਖੀ ਹੈ। ਗੁਰੂ ਨਾਨਕ ਸਾਹਿਬ ਤਾਂ 4 ਪਦਾਰਥ ਦੇਣ ਲੱਗਿਆਂ ਸਮਾਂ ਨਹੀਂ ਲਾਉਂਦੇ। ਇਹ ਕਿਹੜੀ ਵੱਡੀ ਗੱਲ ਸੀ ਦਰਸ਼ਨਾਂ ਦੀ। ਸੁਣ ਕੇ ਦਰੋਗਾ ਬਹੁਤ ਖੁਸ਼ ਹੋਇਆ। ਸਤਿਗੁਰੂ ਕਿਲੇ ਦੇ ਵਿੱਚ ਆਸਣ ਲਾ ਲਿਆ। ਗਵਾਲੀਅਰ ਦੇ ਕਿਲੇ ਵਿੱਚ ਬੰਦੀ ਛੋੜ ਦਾਤਾ ਜੀ ਜਾ ਕੇ ਬੈਠ ਗਏ ਆ। ਹੁਣ ਆਪਾਂ ਅੱਗੋਂ ਕਥਾ ਸਰਵਣ ਕਰੀਏ। ਪਿਆਰ ਦੇ ਨਾਲ ਸਾਰੀਆਂ ਸੰਗਤਾਂ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। 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 ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਕੈਦ ਬਿਖੈ ਮਹੀਪਾਲ ਬਿਸਾਲਾ। ਉਸੇ ਹੀ ਕੈਦ ਦੇ ਵਿੱਚ ਬੜੇ ਰਾਜੇ ਨੇ ਜੀ, ਬੜੇ ਰਾਜੇ ਨੇ ਜਿਹੜੇ ਕੈਦ ਕੀਤੇ ਹੋਏ ਨੇ ਜੀ। ਹਾਂਜੀ, ਉਮਰ ਕੈਦ ਜਿਨ ਕੀ ਸਭ ਕਾਲਾ। ਕੱਲ ਵੀ ਬੇਨਤੀ ਕੀਤੀ ਸੀ, ਇਹਨਾਂ ਨੂੰ ਉਮਰ ਕੈਦ ਸੀ ਕੀਤੀ। ਸਾਡੇ ਇੱਥੇ 20 ਸਾਲ ਦੀ ਉਮਰ ਕੈਦ ਹੈ, ਇਹਨਾਂ ਦੀ ਜਿਹੜੀ ਉਮਰ ਕੈਦ ਸੀ ਉਹ ਸਦਾ ਵਾਸਤੇ ਸੀਗੀ ਜੀ। ਜਿੰਨਾ ਚਿਰ ਤੱਕ ਇਹਨਾਂ ਦੇ ਸਰੀਰ 'ਚ ਸਵਾਸ ਸਨ, ਉਹਨਾਂ ਚਿਰ ਤੱਕ ਇਹ ਕੈਦ ਰਹਿਣਗੇ। ਵੱਡੀ ਗੱਲ ਸਾਧ ਸੰਗਤ ਜੀ, ਇਹਨਾਂ ਨੂੰ ਰੋਜ਼ ਬਹੁਤ ਥੋੜ੍ਹਾ ਛਕਣ ਵਾਸਤੇ ਦਿੱਤਾ ਜਾਂਦਾ ਸੀ। ਉਹਦੇ ਵਿੱਚ ਵੀ ਸਲੋ ਪੋਇਜ਼ਨ, ਮਿੱਠਾ ਜ਼ਹਿਰ ਪਾ ਕੇ ਦਿੱਤਾ ਜਾਂਦਾ ਸੀਗਾ ਜੀ। ਦਿਨੋਂ ਦਿਨ ਕਮਜ਼ੋਰ ਹੋ ਰਹੇ ਸਨ। ਹੈ ਰਾਜੇ, ਸਰੀਰ ਬੜੇ ਸੋਹਣੇ ਸਨ, ਪਰ ਬੜੇ ਬੁਰੇ ਹਾਲ ਸਨ ਇਹਨਾਂ ਦੇ। ਹਾਂਜੀ, ਕਬਹੂ ਨ ਛੋੜਨ ਜਿਨ ਕੋ ਹੋਏ। ਹਾਂਜੀ, ਤਿਸੀ ਦੁਰਗ ਮਹਿ ਗੇਰਤ ਸੋਏ। ਜਿਸ ਰਾਜੇ ਨੂੰ ਜਾਂ ਜਿਸ ਕੈਦੀ ਨੂੰ ਕਦੀ ਛੱਡਣਾ ਨਹੀਂ ਸੀ ਨਾ ਹੁੰਦਾ, ਉਹਨੂੰ ਉਸ ਕਿਲੇ 'ਚ ਭੇਜਿਆ ਜਾਂਦਾ ਸੀ। ਗਵਾਲੀਅਰ ਦੇ ਕਿਲੇ 'ਚ ਜੀ ਕੈਦੀ ਗਵਾਲੀਅਰ ਦੇ ਕਿਲੇ ਦੇ ਨਾਮ ਤੋਂ ਵੀ ਡਰਦੇ ਸਨ ਜੀ। ਹਾਂਜੀ, ਸੁਨੀ ਸਬਨ ਸਤਿਗੁਰ ਇਤ ਆਏ। ਉਹਨਾਂ ਰਾਜਿਆਂ ਨੇ ਜਦੋਂ ਸੁਣਿਆ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਇਸ ਕਿਲੇ ਵਿੱਚ ਆਏ ਹਨ, ਭਏ ਆਨੰਦ ਮਨ ਹੋ ਛੁਟਕਾਏ। ਗੱਜ ਕੇ ਆਖੋ ਵਾਹਿਗੁਰੂ। ਪਿਆਰਿਓ, ਉਹਨਾਂ ਨੂੰ ਆਨੰਦ ਬਣ ਗਿਆ। ਪਤਾ ਉਹ ਕੀ ਸੋਚਦੇ ਆ? ਉਹ ਸਮਝਦੇ ਸਮਝੋ ਹੁਣ ਛੁੱਟ ਹੀ ਗਏ ਜੀ। ਮਹਾਰਾਜ ਆ ਗਏ ਨੇ ਨਾ, ਹੁਣ ਮਹਾਰਾਜ ਨੇ ਸਾਨੂੰ ਛਡਾ ਲੈਣਾ। ਹਾਂਜੀ, ਕਰ ਜੋਰੇ ਸਭ ਹੀ ਤਹ ਆਏ। ਬੰਨ ਕੇ ਰੱਖਿਆ ਜਾਂਦਾ ਸੀ, ਪਰ ਉਹਨਾਂ ਨੇ ਅਰਦਾਸ ਕੀਤੀ ਵੀ ਸਾਨੂੰ ਛੱਡੋ, ਅਸੀਂ ਸਤਿਗੁਰਾਂ ਦੇ ਦਰਸ਼ਨ ਕਰਨੇ ਆ। ਉਹਨਾਂ ਨੂੰ ਛੱਡਿਆ ਗਿਆ। ਅੱਜ ਵੀ ਉਹ ਥੰਮੇ ਨੇ ਉੱਥੇ ਪਿਆਰਿਓ, ਜਿੱਥੇ ਉਹਨਾਂ ਰਾਜਿਆਂ ਨੂੰ ਬੰਨ ਕੇ
ਰੱਖਿਆ ਗਿਆ ਸੀਗਾ ਜੀ। ਉਹ ਸਾਰੇ ਦੇ ਸਾਰੇ 52 ਕੁ ਗਿਣਤੀ ਸੀ ਉਹਨਾਂ ਦੀ ਟੋਟਲ। ਉਹ ਜਿਹੜੇ 52 ਰਾਜੇ ਸਨ ਉਹ ਚੱਲ ਕੇ ਆਏ। ਰਾਜੇ 52 ਸਨ। ਕੁਝ ਇਹ ਵੀ ਦੱਸਦੇ ਆ ਛੋਟੇ ਮੋਟੇ ਕੈਦੀ ਵੀ ਸਨ ਜੀ ਉੱਥੇ ਜੀ। ਮਹਾਰਾਜ ਪਲੰਘੇ ਤੇ ਬੈਠੇ ਆ। ਸਾਰੇ ਰਾਜੇ ਕੈਦੀ ਜਿਹੜੇ ਹਨ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਜੀ। ਹਾਂਜੀ, ਗੁਰ ਕੋ ਦਰਸ ਕੀਨ ਸੁਖ ਪਾਏ। ਸਤਿਗੁਰਾਂ ਦੇ ਸੋਹਣੇ ਦਰਸ਼ਨ ਕੀਤੇ ਜੀ। ਦਰਸ਼ਨ ਕਰਕੇ ਬੜਾ ਸੁੱਖ ਮਿਲਿਆ ਉਹਨਾਂ ਨੂੰ ਜੀ। ਬੜੇ ਚਿਰ ਬਾਅਦ ਕਿਸੇ ਗੁਰੂ ਪੀਰ ਦੇ ਦਰਸ਼ਨ ਹੋਏ ਜੀ ਉਹਨਾਂ ਨੂੰ। ਹਾਂਜੀ, ਸਭ ਕੇ ਉਪਰ ਬਸਤਰ ਮਲੀਨ। ਮਹਾਰਾਜ ਕੀ ਵੇਖਦੇ ਆ? ਸਾਰੇ ਰਾਜਿਆਂ ਨੇ ਜਿਹੜੇ ਕੱਪੜੇ ਪਾਏ ਹੋਏ ਆ ਨਾ ਉਹ ਬੜੇ ਮਲੀਨ ਨੇ, ਬੜੇ ਮੈਲੇ ਨੇ। ਹਾਂਜੀ, ਤਨ ਤੇ ਦੁਰਬਲ ਚਿੰਤਾ ਪੀਨ। ਤੇ ਸਰੀਰ ਬੜਾ ਕਮਜ਼ੋਰ ਹੋਇਆ ਪਿਆ ਹੈ। ਚਿੰਤਾ ਲੱਗੀ ਹੈ, ਸਰੀਰ ਕਮਜ਼ੋਰ ਹੋਏ ਪਏ। ਬੜੇ ਬੜੇ ਸੋਹਣੇ ਸਰੀਰ ਹੁੰਦੇ ਰਾਜਿਆਂ ਦੇ, ਪਰ ਗਵਾਲੀਅਰ ਦੇ ਕਿਲੇ ਦੀ ਕੈਦ ਦੇ ਵਿੱਚ ਰਾਜਿਆਂ ਦੇ ਬੁਰੇ ਹਾਲ ਹੋ ਗਏ ਸੀਗੇ ਜੀ। ਹਾਂਜੀ, ਕੇਸ਼ ਸ਼ਮਸ ਮਹਿਜੂਕ ਕਨੇਰੀ। ਆਖੋ ਵਾਹਿਗੁਰੂ ਵਾਹਿਗੁਰੂ। ਕਹਿੰਦੇ ਸਿਰ ਵਿੱਚ ਕੇਸਾਂ ਦੇ ਵਿੱਚ ਜੂਆਂ ਪੈ ਗਈਆਂ ਸੀਗੀਆਂ ਜੀ। ਇੰਨਾ ਬੁਰਾ ਹਾਲ ਸੀ। ਜਦੋਂ ਗੰਦਗੀ ਰਹਿਣੀ ਹੈ ਤੇ ਗੰਦਗੀ ਨਾਲ ਇਹ ਸਾਰਾ ਕੁਝ ਹੋਣਾ ਹੈ ਜੀ। ਹਾਂਜੀ, ਪਾਇਨ ਪਰੀ ਪੀ ਨਹੀਂ ਬੇਰੀ। ਪੈਰਾਂ ਦੇ ਵਿੱਚ ਬੇੜੀਆਂ ਪੈ ਗਈਆਂ। ਬੰਦਾ ਰੱਬ ਕੋਲੋਂ ਡਰਦਾ ਰਵੇ। ਇਹ ਉਹ ਬੰਦੇ ਸਨ ਜਿਹੜੇ ਕਿਸੇ ਸਮੇਂ ਹਕੂਮਤਾਂ ਕਰਦੇ ਸਨ। ਅੱਜ ਇਹਨਾਂ ਦਾ ਬੁਰਾ ਹਾਲ ਹੋ ਗਿਆ ਜੀ। ਪਰ ਇਹਨਾਂ ਦੀ ਚੰਗੀ ਕਿਸਮਤ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਕਿਲੇ ਵਿੱਚ ਪਹੁੰਚ ਗਏ ਹੈ ਜੀ। ਹਾਂਜੀ, ਜੀਰਨ ਪਟ ਤਨ ਧਾਰਨ ਕਰੇ। ਗਲੇ ਦੇ ਵਿੱਚ ਫਟੇ ਪੁਰਾਣੇ ਜਿਹੇ ਕੱਪੜੇ ਇਹਨਾਂ ਨੇ ਪਾਏ ਹੋਏ ਆ। ਮੁਕਤ ਹੋਣ ਕੀ ਆਸ ਨ ਧਰੇ। ਤੇ ਕੈਦ ਵਿੱਚੋਂ ਛੁੱਟਣ ਦੀ ਆਸ ਵੀ ਨਹੀਂ ਕਰਦੇ ਸੀਗੇ ਵੀ ਕਦੀ ਇਸ ਕੈਦ ਵਿੱਚੋਂ ਛੁੱਟ ਜਾਵਾਂਗੇ। ਇਹ ਆਸ ਵੀ ਨਹੀਂ ਸੀ। ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਪਹੁੰਚੇ। ਰਾਜਿਆਂ ਨੂੰ ਮਹਿਸੂਸ ਹੋਇਆ ਵੀ ਹੁਣ ਅਸੀਂ ਛੁੱਟ ਜਾਵਾਂਗੇ। ਹਾਂਜੀ, ਵਿਛਰੇ ਪਰਵਾਰਨ ਅਰ ਦੇਸ। ਆਪਣੇ ਪਰਿਵਾਰਾਂ ਤੋਂ ਵਿਛੜ ਕੇ ਇਕੱਲੇ ਰਹਿ ਰਹੇ ਹੈ। ਆਪਣੇ ਦੇਸ਼ ਤੋਂ ਵਿਛੜ ਚੁੱਕੇ ਹੈ। ਔਰ ਇਹਨਾਂ ਦੇ ਦੇਸ਼ਾਂ ਦੇ ਉੱਤੇ ਜਹਾਂਗੀਰ ਨੇ ਕਬਜ਼ਾ ਕਰ ਲਿਆ ਸੀਗਾ ਜੀ। ਹਾਂਜੀ, ਨਿਸ ਦਿਨ ਜਿਨਹੋਂ ਕਲੇਸ਼ ਵਿਸ਼ੇਸ਼। ਦਿਨ ਰਾਤ ਇਹ ਰਾਜੇ ਜਿਉਂਦੇ ਹੀ ਮਰਿਆਂ ਦੇ ਬਰਾਬਰ ਸਨ ਜੀ। ਬੜੇ ਦੁਖੀ ਸਨ। ਫਟੇ ਪੁਰਾਣੇ ਕੱਪੜੇ, ਗਲ ਵਿੱਚ ਸੰਗਲ, ਹੱਥਾਂ ਵਿੱਚ ਸੰਗਲ, ਸਿਰ 'ਚ ਜੂਆਂ, ਬੁਰੇ ਹਾਲ ਸਨ ਜੀ। ਹਾਂਜੀ, ਜਰਾ ਸਿੰਧ ਜਿਮ ਰਾਜੇ ਗਹੇ। ਹਾਂਜੀ, ਦੇਖ ਕ੍ਰਿਸ਼ਨ ਕੋ ਆਨੰਦ ਲਹੇ। ਗੱਜ ਕੇ ਆਖੋ ਵਾਹਿਗੁਰੂ। ਜਰਾ ਸਿੰਧ ਵਰਗੇ ਜਿਵੇਂ ਰਾਜੇ ਫੜੇ ਸਨ, ਕ੍ਰਿਸ਼ਨ ਜੀ ਨੂੰ ਵੇਖ ਕੇ ਪ੍ਰਸੰਨ ਹੋ ਗਏ ਸਨ ਜਰਾ ਸਿੰਧ ਵਰਗੇ ਵੀ। ਹਾਂਜੀ, ਤਿਮ ਸਭ ਪਿਖ ਸ਼੍ਰੀ ਹਰਿ ਗੋਬਿੰਦ। ਜਿਵੇਂ ਜਰਾ ਸਿੰਧ ਨੇ ਰਾਜੇ ਫੜੇ ਸਨ ਨਾ, ਉਹ ਰਾਜੇ ਸਮੇਂ ਦੇ ਨਾਲ ਕ੍ਰਿਸ਼ਨ ਜੀ ਨੂੰ ਵੇਖ ਕੇ ਖੁਸ਼ ਹੋ ਗਏ ਸਨ। ਭਾਈ ਸੰਤੋਖ ਸਿੰਘ ਲਿਖਦੇ ਆ, ਕਹਿੰਦੇ ਐਵੇਂ ਇਹ ਸਾਰੇ ਰਾਜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੇਖ ਕੇ ਖੁਸ਼ ਹੋ ਗਏ ਹੈ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਰਹਿਣ ਲਗੇ ਪੁਨ ਦੁਰਗ ਮਝਾਰੇ। ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੂੰ ਕਹਿਣ ਲੱਗੇ, ਭਾਈ ਅੱਜ ਤੋਂ ਬਾਅਦ ਤੁਹਾਨੂੰ ਛਕਣ ਨੂੰ ਮਿਲੇਗਾ। ਮਹਾਰਾਜ ਆਪ ਵੀ ਉਸ ਦੁਰਗ 'ਚ ਰਹਿ ਪਏ। ਉਹਨਾਂ ਕੈਦੀ ਰਾਜਿਆਂ ਨੂੰ ਵੀ ਮਹਾਰਾਜ ਪ੍ਰਬੰਧ ਕਰਦੇ ਉਹਨਾਂ ਦਾ ਜੀ। ਹਾਂਜੀ, ਸਭ ਕੈ ਦਿਨ ਕੋ ਦੇਤ ਆਹਾਰੇ। ਜਿਸ ਦਿਨ ਤੋਂ ਗੁਰੂ ਹਰਗੋਬਿੰਦ ਸਾਹਿਬ ਨੇ ਚਰਨ ਪਾ ਦਿੱਤੇ ਨਾ ਗਵਾਲੀਅਰ ਵਿੱਚ, ਕਿਲੇ ਵਿੱਚ, ਉਸ ਦਿਨ ਤੋਂ ਹਰਦਾਸ ਨੂੰ ਕਹਿ ਦਿੱਤਾ ਸੀ, ਹਰਦਾਸ ਇਹਨਾਂ ਨੂੰ ਭੋਜਨ ਚੰਗਾ ਛਕਾਈ ਕਹਿਣ ਲੱਗੇ। ਉਸ ਦਿਨ ਤੋਂ ਪਿਆਰੇ ਉਹਨਾਂ ਨੂੰ ਰੋਟੀ ਚੰਗੀ ਮਿਲਣੀ ਸ਼ੁਰੂ ਹੋ ਗਈ। ਇਹ ਵੀ ਬੜੀ ਵੱਡੀ ਗੱਲ ਸੀਗੀ। ਖਾਣ ਨੂੰ ਹੀ ਕੁਝ ਨਹੀਂ ਸੀ ਮਿਲਦਾ। ਜੋ ਮਿਲਦਾ ਸੀ ਉਹਦੇ ਵਿੱਚ ਵੀ ਮਿੱਠਾ ਜ਼ਹਿਰ ਪਾਇਆ ਹੁੰਦਾ ਸੀਗਾ। ਹੌਲੀ ਹੌਲੀ ਮਰ ਰਹੇ ਸਨ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ। ਮੌਤ ਤੋਂ ਵੀ ਬਦਤਰ ਇਹਨਾਂ ਦੀ ਜ਼ਿੰਦਗੀ ਸੀ। ਉਸ ਦਿਨ ਤੋਂ ਜ਼ਿੰਦਗੀ ਸਵਰਨੀ ਸ਼ੁਰੂ ਹੋ ਗਈ ਜੀ। ਗੱਜ ਕੇ ਆਖੋ। ਬਸ ਇਸੇ ਤਰ੍ਹਾਂ ਹੁੰਦਾ ਜੇ ਜਿਸ ਦਿਨ ਤੋਂ ਸਤਿਗੁਰੂ ਬੰਦੇ ਦੇ ਜੀਵਨ ਵਿੱਚ ਆਉਣ ਲੱਗ ਪੈਂਦੇ ਆ ਨਾ, ਉਸ ਦਿਨ ਤੋਂ ਜ਼ਿੰਦਗੀ ਵਧੀਆ ਹੋਣੀ ਸ਼ੁਰੂ ਹੋ ਜਾਂਦੀ ਹੈ। ਹਾਂਜੀ,
ਪਾਤਸ਼ਾਹ ਤੇ ਧਨ ਬਹੁ ਆਵੈ। ਹੁਣ ਬਾਦਸ਼ਾਹ ਰੋਜ਼ ਮਾਇਆ ਵੀ ਭੇਜਦਾ ਹੈ, ਸਤਿਗੁਰਾਂ ਦੇ ਵਾਸਤੇ ਮਾਇਆ ਭੇਜਦਾ ਹੈ। ਉਨ ਹਰਦਾਸ ਰਸਤ ਪਹੁੰਚਾਵੈ। ਉਹਦੀ ਹਰਦਾਸ ਜਿਹੜਾ ਹੈ, ਵਾਹਿਗੁਰੂ ਮਾਇਆ ਵੀ ਰਾਜਾ ਭੇਜਦਾ ਹੈ ਬਾਦਸ਼ਾਹ, ਤੇ ਹਰਦਾਸ ਦਰੋਗਾ ਰਸਦ ਵੀ ਲੈ ਕੇ ਦਿੰਦਾ ਹੈ ਜੀ। ਹਾਂਜੀ, ਬਨਹਿ ਤਿਹਾਵਲ ਨਿਤ ਸਮੁਦਾਏ। ਆਖੋ ਵਾਹਿਗੁਰੂ ਵਾਹਿਗੁਰੂ। ਸਾਧ ਸੰਗਤ ਜੀ, ਗਵਾਲੀਅਰ ਦਾ ਕਿਲ੍ਹਾ ਹੈ, ਗਵਾਲੀਅਰ ਦੇ ਕਿਲ੍ਹੇ ਵਿੱਚ ਰੋਜ਼ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਬਣਨੀਆਂ ਸ਼ੁਰੂ ਹੋ ਗਈਆਂ ਜੀ। ਹਾਂਜੀ, ਜਿਤੇ ਦੁਰਗ ਮਹਿ ਸਗਰੇ ਖਾਏ। ਜਿੰਨੇ ਕਿਲ੍ਹੇ ਵਿੱਚ ਰਹਿੰਦੇ ਸਨ ਸਿਪਾਹੀ ਕੈਦੀ, ਸਾਰੇ ਕੜਾਹ ਪ੍ਰਸ਼ਾਦ ਰੱਜ ਰੱਜ ਕੇ ਛਕਦੇ ਜੀ। ਹਾਂਜੀ, ਸ਼ੁੱਧਿਤ ਰਹਿ ਨ ਪਾਵੈ ਨਹਿ ਕੋਈ। ਕਿਸੇ ਨੂੰ ਵੀ ਭੁੱਖਾ ਨਹੀਂ ਸੀ ਰਹਿਣ ਦਿੰਦੇ ਮਹਾਰਾਜ। ਮਹਾਰਾਜ ਕਹਿੰਦੇ ਸੀ ਭਾਈ ਰੱਜ ਕੇ ਛਕੋ। ਹਾਂਜੀ, ਸਵਾਦਲ ਅਸਨ ਦੇਤ ਬਹੁ ਹੋਈ। ਹੋਰ ਵੀ ਬੜੇ ਬੜੇ ਵਧੀਆ ਤਰੀਕੇ ਦੇ ਭੋਜਨ ਜਿਹੜੇ ਗੁਰੂ ਸਾਹਿਬ ਵਾਸਤੇ ਆਉਂਦੇ ਸੀ ਨਾ, ਮਹਾਰਾਜ ਸਭ ਰਾਜਿਆਂ ਨੂੰ ਛਕਾ ਦਿੰਦੇ ਸੀਗੇ। ਗੱਜ ਕੇ ਆਖੋ ਵਾਹਿਗੁਰੂ। ਰਾਜੇ ਤੇ ਸਤਿਗੁਰਾਂ ਦੇ ਆਉਣ ਤੇ ਖੁਸ਼ ਹੋ ਗਏ। ਕਹਿੰਦੇ ਮਹਾਰਾਜ ਸਾਡੀ ਜ਼ਿੰਦਗੀ ਨਰਕ ਵਰਗੀ ਸੀ, ਤੁਹਾਡੇ ਆਇਆ ਸਾਡੀ ਜ਼ਿੰਦਗੀ ਸਵਰਗ ਵਰਗੀ ਹੋ ਗਈ ਹੈ। ਹਾਂਜੀ, ਜੇ ਤਿਕ ਕੈਦੀ ਬ੍ਰਿੰਦ ਸਿਪਾਹੀ। ਹਾਂਜੀ। ਸਤਿਗੁਰ ਦੇ ਪੰਚਾਮ੍ਰਿਤ ਖਾਹੀ। ਜਿੰਨੇ ਕੈਦੀ ਸਨ ਤੇ ਜਿੰਨੇ ਸਿਪਾਹੀ ਸਨ ਨਾ, ਪਹਿਰੇਦਾਰ, ਸਾਰੇ ਹੀ ਰੱਜ ਰੱਜ ਕੇ ਕੜਾਹ ਪ੍ਰਸ਼ਾਦ ਛਕਣ ਲੱਗ ਪਏ। ਹਾਂਜੀ, ਤੋ ਬਚਹਿ ਪੁਨ ਵਹਿਰ ਦਿਵਾਵੈ। ਜੇ ਕੜਾਹ ਪ੍ਰਸ਼ਾਦ ਬਚ ਵੀ ਜਾਂਦਾ ਤੇ ਮਹਾਰਾਜ ਬਾਹਰ ਜਿਹੜੀ ਬਸਤੀ ਸੀਗੀ, ਸਤਿਗੁਰੂ ਉਸ ਬਸਤੀ ਵਿੱਚ ਭੇਜ ਦਿੰਦੇ ਜੀ। ਹਾਂਜੀ, ਆਨ ਲੋਕ ਗਨ ਲੈ ਕਰ ਖਾਵੈ। ਹੋਰ ਲੋਕ, ਆਮ ਲੋਕ ਜਿਹੜੇ ਆ, ਉਹ ਕੜਾਹ ਪ੍ਰਸ਼ਾਦ ਲੈ ਕੇ ਛਕਦੇ ਆ, ਖੁਸ਼ ਹੋ ਗਏ ਜੀ। ਇਹ 'ਚ ਸਤਿਗੁਰਾਂ ਦੇ ਚਰਨਾਂ ਦਾ ਕਮਾਲ। ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ। ਸਾਧ ਸੰਗਤ ਜੀ, ਜਿੱਥੇ ਮੌਤ ਦੀ ਹਵਾ ਸੀਗੀ, ਜਿੱਥੇ ਬੁਰੇ ਹਾਲ ਸਨ, ਗੁਰੂ ਹਰਗੋਬਿੰਦ ਸਾਹਿਬ ਗਏ, ਉੱਥੇ ਹਵਾਵਾਂ ਵਿੱਚ ਖੁਸ਼ੀਆਂ ਹੋ ਗਈਆਂ ਜੀ। ਕਿਉਂ? ਸਾ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਥਾਂ ਭਾਗਾਂ ਵਾਲੀ ਹੋ ਗਈ ਜੀ। ਅੱਜ ਵੀ ਸੰਗਤਾਂ ਹਜ਼ੂਰ ਸਾਹਿਬ ਜਾਣ, ਰਸਤੇ 'ਚ ਗਵਾਲੀਅਰ ਦਾ ਉਹ ਕਿਲ੍ਹਾ ਆਉਂਦਾ, ਗੁਰਦੁਆਰਾ ਸਾਹਿਬ ਦੇ ਦਰਸ਼ਨ ਹੁੰਦੇ ਆ, ਦੋ ਨਿਸ਼ਾਨ ਸਾਹਿਬਾਨ ਦੇ ਦਰਸ਼ਨ ਹੁੰਦੇ ਆ। ਪਿਆਰਿਓ, ਸੰਗਤਾਂ ਟ੍ਰੇਨ 'ਚੋਂ ਹੀ ਮੱਥਾ ਟੇਕੀ ਜਾਂਦੀਆਂ ਨੇ ਜੀ। ਧੰਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਹਾਂਜੀ, ਇੱਕ ਦੋਏ ਕਾਲ ਬੀਤ ਕਰ ਗਏ। ਹਾਂਜੀ, ਗੁਰ ਆਹਾਰ ਨਾ ਕਰਤੇ ਭਏ। ਇੱਕ ਦੋ ਦਿਨ ਲੰਘ ਗਏ, ਲੰਗਰ ਬੜਾ ਚੱਲੇ, ਦੇਗ ਬੜੀ ਵਰਤੇ, ਪਰ ਪਿਆਰਿਓ ਗੁਰੂ ਸਾਹਿਬ ਪ੍ਰਸ਼ਾਦਾ ਹੀ ਨਾ ਛਕਣਾ। ਹਾਂਜੀ, ਪੰਜ ਸਿੱਖ ਜੇਠਾ ਰੁਪਰਾਣਾ। ਤੇ ਫਿਰ ਜਿਹੜੇ ਸਤਿਗੁਰਾਂ ਨਾਲ ਪੰਜ ਸਿੱਖ ਆਏ ਸੀਗੇ, ਭਾਈ ਜੇਠਾ ਜੀ, ਭਾਈ ਪਿਰਾਣਾ ਜੀ, ਬਿਧੀ ਚੰਦ ਜੀ। ਹਾਂਜੀ, ਸਭ ਹਿਨ ਪਿਖ ਕਰ ਜੋਰ ਵਖਾਣਾ। ਉਹਨਾਂ ਨੇ ਫਿਰ ਸਭ ਹਿਨ ਪਿਖ ਕਰ ਜੋਰ ਵਖਾਣਾ। ਸਾਰਿਆਂ ਨੇ ਵੇਖ ਕੇ ਨਾ ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ ਜੀ। ਹਾਂਜੀ, ਇਹ ਕਾਰਨ ਭਾ ਕੌਣ ਗੁਸਾਈ। ਸੱਚੇ ਪਾਤਸ਼ਾਹ ਮਹਾਰਾਜ, ਤੁਸੀਂ ਸਾਡੇ ਮਾਲਕ ਹੋ ਮਹਾਰਾਜ। ਮਹਾਰਾਜ ਕੀ ਗੱਲ ਹੈ? ਹਾਂਜੀ, ਆਪ ਨਹੀਂ ਭੋਜਨ ਕੋ ਖਾਹੀ। ਮਹਾਰਾਜ ਸਾਰੇ ਹੀ ਭੋਜਨ ਛਕਦੇ ਆ, ਅਸੀਂ ਵੀ ਛਕਦੇ ਆ, ਪਰ ਸਤਿਗੁਰੂ ਆਪ ਪ੍ਰਸ਼ਾਦਾ ਨਹੀਂ ਛਕਦੇ। ਹਾਂਜੀ, ਤਿਕ ਹਮਰੋ ਤੁਮਰੇ ਬਿਨ ਖਾਇਓ। ਆਖੋ ਸਾਰੇ ਵਾਹਿਗੁਰੂ ਵਾਹਿਗੁਰੂ। ਫਿਰ ਆਖੋ ਵਾਹਿਗੁਰੂ ਵਾਹਿਗੁਰੂ। ਤੇ ਸੱਚੇ ਪਾਤਸ਼ਾਹ ਨੂੰ ਸਿੱਖ ਪਤਾ ਕੀ ਕਹਿੰਦੇ ਪਿਆਰ ਵਾਲੇ? ਕਹਿੰਦੇ ਸਤਿਗੁਰੂ ਤੁਸੀਂ ਪ੍ਰਸ਼ਾਦਾ ਨਹੀਂ ਛਕ ਰਹੇ, ਅਸੀਂ ਛਕ ਰਹੇ ਹਾਂ। ਲਾਹਨਤ ਹੈ ਸਾਡੇ ਪ੍ਰਸ਼ਾਦੇ ਛਕਣ ਤੇ ਕਹਿਣ ਦੇ। ਤਿਕ ਤਿਰਕਾਰ ਹੈ, ਲਾਹਨਤ ਹੈ ਸਾਡੇ ਪ੍ਰਸ਼ਾਦਾ ਛਕਣ ਤੇ। ਤੁਸੀਂ ਤੇ ਛਕ ਨਹੀਂ ਰਹੇ ਤੇ ਅਸੀਂ ਛਕੀ ਜਾਂਦੇ ਹਾਂ। ਪਿਆਰਿਓ, ਮੈਂ ਬੇਨਤੀ ਕਰਾਂ, ਇਹ ਪਿਆਰ ਦੀ ਗੱਲ 'ਚ
ਇੱਕ ਵਾਰੀ ਗੱਜ ਕੇ ਕਹੋ ਵਾਹਿਗੁਰੂ। ਜਿੱਥੇ ਪਿਆਰ ਹੋਵੇ ਉੱਥੇ ਹੀ ਇਹ ਗੱਲ ਹੁੰਦੀ ਹੈ। ਸਕੇ ਘਰ ਦੇ ਜੀਆਂ ਨਾਲ ਪਿਆਰ ਨਹੀਂ ਹੈ, 4-4 ਦਿਨ ਰੋਟੀ ਨਹੀਂ ਖਾਂਦੇ, ਪੁੱਛਦਾ ਕੋਈ ਨਹੀਂ ਜੀ ਉਹਨਾਂ ਨੂੰ। ਪਰ ਸਿੱਖਾਂ ਦਾ ਕਿੰਨਾ ਪਿਆਰ ਹੈ। ਹਾਂਜੀ, ਵਰਤਿਓ ਦੇਖਤ ਲੈ ਮੁਖ ਪਾਇਓ। ਮਹਾਰਾਜ ਅਸੀਂ ਲੰਗਰ ਵਰਤਦਾ ਵੇਖ ਕੇ ਛਕ ਲੈਂਦੇ ਆ, ਆਪ ਛਕਦੇ ਹੀ ਨਹੀਂ ਹੋ। ਸਾਡੇ ਮੁਖ ਚ ਪਾਇਆ ਪ੍ਰਸ਼ਾਦਾ ਤਿਰਕਾਰ ਹੈ ਸਾਡੇ ਤੇ ਮਹਾਰਾਜ। ਹਾਂਜੀ, ਸ਼੍ਰੀ ਮੁਖ ਤੇ ਫੁਰਮਾਵਨ ਕੀਨਾ। ਤੇ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਆਪ ਆਪਣੇ ਮੁਖ ਤੋਂ ਫਰਮਾਉਂਦੇ ਹਨ, ਇਹ ਭੋਜਨ ਹਮ ਖਾਹੇ ਕਬੀਨਾ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਹਿਣ ਲੱਗੇ ਆ, ਮਹਾਰਾਜ ਕਹਿੰਦੇ ਅਸੀਂ ਇਹ ਭੋਜਨ ਨਹੀਂ ਛਕਣਾ, ਅਸੀਂ ਇਹ ਭੋਜਨ ਕਦੀ ਵੀ ਨਹੀਂ ਛਕਣਾ। ਧਿਆਨ ਨਾਲ ਸੁਣਿਓ ਕਿਉਂ। ਹਾਂਜੀ, ਵਹਿਰ ਜਾਏ ਮਿਹਨਤ ਕਰ ਲਿਆਵਹੋ। ਮਹਾਰਾਜ ਕਹਿੰਦੇ ਇਹ ਸਰਕਾਰੀ ਪੈਸੇ ਨੇ, ਅਸੀਂ ਇਸ ਪੈਸਿਆਂ ਦਾ ਪ੍ਰਸ਼ਾਦਾ ਨਹੀਂ ਛਕਣਾ। ਪਿਆਰਿਓ, 4 ਬੱਜਰ ਪਾਪ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਲਿਖੇ ਹਨ। ਬੱਚਿਆਂ ਨੂੰ ਕੰਟਰੋਲ ਕਰ ਲਓ ਪਲੀਜ਼। 4 ਬੱਜਰ ਪਾਪ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਲਿਖੇ ਹੈ। ਧਿਆਨ ਨਾਲ ਸੁਣਿਓ ਉਹ ਕਿਹੜੇ ਹੈ। ਬ੍ਰਾਹਮਣ, ਕੈਲੀ, ਘਾਤ ਕੰਜਕਾਂ, ਅਣਚਾਰੀ ਕਾ ਧਾਨ। ਬ੍ਰਾਹਮਣ ਨੂੰ ਮਾਰਨਾ। ਬ੍ਰਾਹਮਣ ਕੌਣ ਹੈ? ਨਾਮ ਜਪਣ ਵਾਲਾ ਮਹਾਂਪੁਰਖ। ਹਾਂਜੀ, ਇੱਥੇ ਇਹਦਾ ਅਰਥ ਇਹ ਹੈ, ਕਿਸੇ ਰੱਬ ਦੇ ਪਿਆਰੇ ਨੂੰ ਮਾਰਨਾ ਪਾਪ ਹੈ ਜੀ, ਇੱਕ ਬੜਾ ਵੱਡਾ ਪਾਪ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਬ੍ਰਾਹਮਣ, ਕੈਲੀ, ਘਾਤ ਕੰਜਕਾਂ। ਕੈਲੀ ਗਾਂ ਨੂੰ ਕਹਿੰਦੇ ਆ ਜੀ, ਗਾਂ ਮਾਰਨੀ ਵੀ ਪਾਪ ਹੈ ਜੀ। ਕਿਉਂ? ਗਾਂ ਹੋਏਗੀ ਤੇ ਦੁੱਧ ਦੇਵੇਗੀ ਨਾ। ਘਾਤ ਕੰਜਕਾਂ, ਧੀਆਂ ਨੂੰ ਮਾਰਨਾ ਵੀ ਪਾਪ ਹੈ। ਕੰਜਕ ਨਾਮ ਧੀ ਦਾ ਹੈ ਜੀ। ਤੇ ਚੌਥਾ ਪਾਪ 'ਚ ਠੀਕ ਹੈ, ਕਿਸੇ ਨੇ ਬ੍ਰਾਹਮਣ ਨੂੰ ਨਹੀਂ ਮਾਰਿਆ ਹੋਏਗਾ, ਕਿਸੇ ਨੇ ਧੀਆਂ ਨੂੰ ਨਹੀਂ ਮਾਰਿਆ ਹੋਏਗਾ, ਕਿਸੇ ਨੇ ਗਾਂ ਨੂੰ ਨਹੀਂ ਮਾਰਿਆ ਹੋਏਗਾ, ਪਰ ਚੌਥਾ ਪਾਪ ਹੋ ਜਾਂਦਾ ਜੀ। ਉਹ ਪਤਾ ਕਿਹੜਾ? ਜਿਹੜਾ ਬੰਦਾ ਨਾਮ ਨਹੀਂ ਜਪਦਾ ਉਹਦੇ ਘਰੋਂ ਪ੍ਰਸ਼ਾਦਾ ਛਕਣ ਦਾ ਜੀ, ਉਹਦੇ ਹੱਥੋਂ ਛਕਣ ਦਾ ਜੀ। ਅਣਅਚਾਰੀ ਬੰਦੇ ਦਾ ਧਾਨ ਖਾਣਾ, ਰੱਬ ਤੋਂ ਟੁੱਟਾ ਹੋਇਆ, ਕੋਈ ਉਹਦਾ ਚਰਿੱਤਰ ਨਹੀਂ ਵਧੀਆ, ਉਹਦੇ ਘਰੋਂ ਲੈ ਕੇ ਖਾਈ ਜਾਓ। ਹੋਏਗਾ ਕਿ ਰੱਬ ਤੋਂ ਟੁੱਟੇ ਹੋਏ ਬੰਦੇ ਦੇ ਘਰੋਂ ਤੁਸੀਂ ਪ੍ਰਸ਼ਾਦਾ ਛਕੋਗੇ, ਪਿਆਰਿਓ, ਨਾ ਤੁਸੀਂ ਅੰਮ੍ਰਿਤ ਵੇਲੇ ਹੀ ਉੱਠ ਸਕਦੇ ਜੇ ਤੇ ਨਾ ਤੁਸੀਂ ਨਿਤਨੇਮ ਹੀ ਕਰ ਸਕਦੇ ਹੋ। ਗੱਜ ਕੇ ਆਖੋ। ਸਾਡੇ ਪ੍ਰੈਕਟੀਕਲ ਨੇ ਜੀ, ਮੈਂ ਤੁਹਾਨੂੰ ਦੱਸਦਾ। ਕਿਤੇ ਉਸ ਘਰੋਂ ਪ੍ਰਸ਼ਾਦਾ ਛਕ ਲਿਆ ਜਾਵੇ ਗਲਤੀ ਦੇ ਨਾਲ, ਜਿੱਥੇ ਬਿਲਕੁਲ ਨਾਮ ਨਹੀਂ ਜਪਦੇ, ਕੋਈ ਨਿਤਨੇਮ ਨਹੀਂ ਕਰਦਾ, ਰਿਸ਼ਵਤ ਦੀ ਕਮਾਈ ਹੈ, ਬੁਰੀ ਕਮਾਈ ਹੈ, ਉਸ ਘਰੋਂ ਪ੍ਰਸ਼ਾਦਾ ਛਕ ਲਈਏ, ਸ਼ਾਮ ਦਾ ਨਿਤਨੇਮ ਨਹੀਂ ਹੋਏਗਾ, ਸਵੇਰ ਦਾ ਪਾਠ ਨਹੀਂ ਅਸੀਂ ਕਰ ਸਕਦੇ। ਪਰ ਹਾਂ, ਜੇ ਕਿਸੇ ਜੁੜੇ ਹੋਏ ਦੇ ਘਰੋਂ ਪ੍ਰਸ਼ਾਦਾ ਛਕ ਲਈਏ, ਚੰਗੀ ਕਮਾਈ ਵਾਲੇ ਦੇ ਘਰੋਂ ਪ੍ਰਸ਼ਾਦਾ ਛਕ ਲਈਏ, ਕਿਸੇ ਨਿਤਨੇਮੀ ਦੇ ਘਰੋਂ ਪ੍ਰਸ਼ਾਦਾ ਛਕ ਲਈਏ, ਤੇ ਉਹ ਛਕ ਕੇ ਪਿਆਰਿਓ ਜਦੋਂ ਨਿਤਨੇਮ 'ਤੇ ਬੈਠੀਏ ਤੇ ਫਿਰ ਜ਼ੋਰ ਨਹੀਂ ਲਾਉਣਾ ਪਏਗਾ, ਨਿਤਨੇਮ ਆਪੇ ਹੀ ਹੋਏਗਾ ਜੀ। ਅਸਰ ਹੁੰਦਾ ਜੈਸਾ ਅੰਨ ਵੈਸਾ ਮਨ। ਹਾਂਜੀ, ਇਸ ਕਰਕੇ ਕੋਸ਼ਿਸ਼ ਕਰਿਆ ਕਰੋ, ਧਰਮ ਦੀ ਕਮਾਈ ਕਰੋ, ਉਹਦਾ ਹੀ ਖਾਓ। ਜੇ ਧਰਮ ਦੇ ਰਸਤੇ 'ਤੇ ਚੱਲਣਾ ਹੈ, ਜੇ ਕਹੋ ਰਿਸ਼ਵਤ 'ਤੇ ਪੈਸੇ ਘਰ ਲਿਆ ਕੇ ਬੱਚਿਆਂ ਨੂੰ ਖਵਾ ਦਈਏ, ਆਪ ਖਾ ਲਈਏ, ਫਿਰ ਜੀ ਸਾਡਾ ਨਿਤਨੇਮ 'ਚ ਮਨ ਨਹੀਂ ਲੱਗਦਾ, ਕਦੀ ਵੀ ਨਹੀਂ ਲੱਗਣਾ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਇਹ ਪ੍ਰਸ਼ਾਦਾ ਨਹੀਂ ਅਸੀਂ ਕਦੀ ਵੀ ਛਕਣਾ। ਸਤਿਗੁਰੂ ਪਹਿਲਾਂ ਵੀ ਨਹੀਂ ਛਕਦੇ। ਹੁਣ ਜਹਾਂਗੀਰ ਨੇ ਰਾਜਿਆਂ ਦਾ ਤੇ ਬੁਰਾ ਹਾਲ ਕੀਤਾ, ਕੀ ਪਤਾ ਕਿੱਥੋਂ ਕਿੱਥੋਂ ਮਾਇਆ ਗਰਾਉਂਦਾ, ਕਿਹੋ ਜਿਹੀ ਗਰਾਉਂਦਾ, ਉਹਦਾ ਪ੍ਰਸ਼ਾਦਾ ਭੇਜਦਾ ਹੈ। ਹਾਂਜੀ, ਰਸਦ ਖਰੀਦਹੁ ਬਿਪਨੀ ਜਾਵਹੁ। ਇਸ ਕਰਕੇ ਮੇਰੇ ਪਿਆਰਿਓ, ਮੇਰੇ ਸਿੱਖੋ, ਮੇਰੇ ਬੱਚਿਓ, ਬਾਹਰ ਜਾਓ,
ਮਿਹਨਤ ਦੀ ਕਮਾਈ ਕਰੋ, ਉਹਦੀ ਰਸਦ ਖਰੀਦੋ ਕਹਿਣ ਲੱਗੇ। ਹਾਂਜੀ, ਤਿਸਤੇ ਤਿਆਰ ਆਹਾਰ ਕਰੀਜਹਿ, ਤੇ ਫਿਰ ਉਹਦੇ ਤੋਂ ਪ੍ਰਸ਼ਾਦਾ ਤਿਆਰ ਕਰੋ। ਹਾਂਜੀ, ਹਿਤ ਭੋਜਨ ਕੇ ਸੋ ਹਮ ਦੀਜਹਿ, ਉਹ ਸਾਨੂੰ ਛਕਣ ਵਾਸਤੇ ਦੇ ਦਿਓ। ਹਾਂਜੀ, ਨਾਹੇ ਤਰਹਿ ਹੈ ਪੌਨ ਆਹਾਰੀ, ਜੇ ਤੁਸੀਂ ਆਪ ਕਮਾਈ ਨਹੀਂ ਕਰਨੀ, ਨਹੀਂ ਬਾਹਰ ਜਾ ਸਕਦੇ, ਤਾਂ ਅਸੀਂ ਨਹੀਂ ਛਕਾਂਗੇ, ਹਵਾ ਦੇ ਆਸਰੇ ਹੀ ਰਹਿ ਲਾਂਗੇ, ਪੌਣ ਆਹਾਰੀ ਰਹਿ ਲਾਂਗੇ, ਪਰ ਇੱਥੋਂ ਪ੍ਰਸ਼ਾਦਾ ਨਹੀਂ ਛਕਣਾ। ਗੱਜ ਕੇ ਆਖੋ ਵਾਹਿਗੁਰੂ। ਹੁਣ ਥੋੜਾ ਜਿਹਾ ਇਸ ਗੱਲ ਤੇ ਚੱਲਣ ਲੱਗ ਪਈ ਹੈ। ਗੁਰੂ ਹਰਗੋਬਿੰਦ ਸਾਹਿਬ ਤੇ ਸਤਿਗੁਰੂ ਨੇ ਸਾਡੇ ਵਰਗੇ ਚੱਲਣ ਲੱਗ ਪਏ, ਲੋਕਾਂ ਜੀਣ ਨਹੀਂ ਦੇਣਾ, ਲੋਕਾਂ ਕਹਿਣਾ ਕੱਟੜ ਹੈਗੇ ਹੈ ਜੀ, ਪਰ ਇਹਦਾ ਸੁਰਤੀ ਤੇ ਅਸਰ ਪੈਂਦਾ ਹੈ। ਹਾਂਜੀ, ਜਬ ਲਗ ਬਾਸਹਿ ਦੁਰਗ ਮਝਾਰੀ, ਹਾਂਜੀ, ਸੁਨ ਸਤਿਗੁਰ ਤੇ ਬਹੁਰ ਸੁਨਾਈ, ਧੰਨ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਸੁਣ ਕੇ ਹਮ ਨਿਜ ਹਾਥਨ ਲਿਆਏ ਕਮਾਈ, ਸਿੱਖ ਕਹਿੰਦੇ ਦਾਤਾ ਜੀ ਅਸੀਂ ਆਪ ਬਾਹਰ ਜਾਵਾਂਗੇ, ਕਮਾਈ ਕਰਾਂਗੇ। ਹਾਂਜੀ, ਕੀ ਜਹ ਭੋਜਨ ਆਪ ਹਮੇਸ਼ੂ, ਉਹਦਾ ਤੁਹਾਨੂੰ ਪ੍ਰਸ਼ਾਦਾ ਛਕਾਵਾਂਗੇ, ਪਰ ਪ੍ਰਸ਼ਾਦਾ ਜ਼ਰੂਰ ਛਕੋ ਮਹਾਰਾਜ। ਹਾਂਜੀ, ਹਮ ਕੋ ਅਹੈ ਸੁਖੇ ਨ ਵਿਸ਼ੇਸ਼ੂ, ਸਾਨੂੰ ਇਹਦੇ ਵਿੱਚ ਹੀ ਸੁੱਖ ਹੈ, ਔਰ ਮਿਹਨਤ ਕਰਨੀ, ਕਮਾਈ ਕਰਨੀ ਸਾਡੇ ਵਾਸਤੇ ਔਖਾ ਕੰਮ ਹੀ ਨਹੀਂ ਹੈਗਾ ਮਹਾਰਾਜ। ਹਾਂਜੀ, ਲੈ ਆਗਿਆ ਗਮਨੇ ਤਿਸ ਬੇਰੇ, ਸਤਿਗੁਰਾਂ ਤੋਂ ਆਗਿਆ ਲੈ ਕੇ ਸਾਧ ਸੰਗਤ ਜੀ ਉਹ ਫਿਰ ਗਏ ਜੀ, ਸਿੱਖ ਗਏ ਬਾਹਰ ਜੀ, ਭਾਈ ਜੇਠਾ ਜੀ ਤੇ ਭਾਈ ਪਿਰਾਣਾ ਜੀ। ਹਾਂਜੀ, ਵਹਿਰ ਦੁਰਗ ਕੇ ਨਿਕਟ ਠਠੇਰੇ, ਕਿਲੇ ਦੇ ਹੇਠਲੇ ਪਾਸੇ ਨਾ ਠਠੇਰਿਆਂ ਦੀ ਬਸਤੀ ਸੀਗੀ ਜੀ। ਗੱਜ ਕੇ ਆਖੋ, ਹੇਠਲੇ ਪਾਸੇ ਠਠੇਰਿਆਂ ਦੀ ਬਸਤੀ ਸੀਗੀ। ਹਾਂਜੀ, 300 ਨਿਜ ਮਿਹਨਤ ਠਹਿਰਾਈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਭੇਜੇ ਸਿੱਖ ਗਏ, ਉਹਨਾਂ ਨੂੰ ਜਾ ਕੇ ਉਹਨਾਂ ਕੰਮ ਪੁੱਛਿਆ ਵੀ ਕੋਈ ਦਿਹਾੜੀ ਵਾਲਾ ਕੰਮ ਸਾਨੂੰ ਵੀ ਦੇ ਦਿਓ। ਹਾਂਜੀ, ਕਰਹਿ ਅਪਰ ਤੇ ਦੁਗਨ ਕਮਾਈ, ਆਖੋ ਵਾਹਿਗੁਰੂ। ਵਾਹਿਗੁਰੂ। ਹੁਣ ਇੱਕਦਮ ਕੰਮ ਵੀ ਨਹੀਂ ਸੀ ਦੇ ਸਕਦੇ, ਤੇ ਸਿੱਖਾਂ ਨੇ ਕਿਹਾ ਵੀ ਚਿੰਤਾ ਨਾ ਕਰੋ, ਅਸੀਂ ਦੁੱਗਣਾ ਕੰਮ ਕਰਕੇ ਦਿਆਂਗੇ ਤੁਹਾਨੂੰ, ਪਰ ਸਾਨੂੰ ਦਿਹਾੜੀ ਤੇ ਰੱਖ ਲਓ। ਹਾਂਜੀ, ਸਰਬ ਜਾਮਨੀ ਕ੍ਰਿਤੀ ਕਰੈ ਹੈ, ਏਕ ਰਜਤ ਪਣ ਦੋਨੋਂ ਲੈ ਹੈ। ਆਖੋ ਵਾਹਿਗੁਰੂ। ਵਾਹਿਗੁਰੂ। ਸ਼ਾਮ ਨੂੰ ਉਹ ਗਏ ਜੀ ਬਾਹਰ, ਠਠੇਰੇ ਸੀ, ਰਾਤ ਵੀ ਕੰਮ ਚੱਲਦਾ ਸੀ। ਉਹ ਕਹਿੰਦੇ ਸਾਰੀ ਰਾਤ ਕੰਮ ਕਰਾਂਗੇ ਤੇ ਸਾਨੂੰ ਦੋਵਾਂ ਨੂੰ ਨਾ ਇੱਕ ਰਜਤਪਣ, ਇੱਕ ਸਿੱਕਾ ਦੇ ਦਿਓ ਜੀ। ਉਸ ਸਮੇਂ ਮੁੱਲ ਸੀਗਾ ਜੀ ਇਹਦਾ। ਹਾਂਜੀ, ਕਹਿਓ ਠਠੇਰਨ ਜੇ ਬਹੁ ਕਾਲ, ਦੇਹ ਮਜੂਰੀ ਤੁਮਹੇ ਵਿਸਾਲ। ਉਹ ਠਠੇਰੇ ਕਹਿਣ ਲੱਗੇ ਵੀ ਸਾਨੂੰ ਕੀ ਲੱਗੇ, ਜੇ ਵਧੀਆ ਕੰਮ ਕਰੋਗੇ ਤੇ ਤੁਹਾਨੂੰ ਮਜ਼ਦੂਰੀ ਵੀ ਵਧੀਆ ਦੇਵਾਂਗੇ। ਹਾਂਜੀ, ਸੰਧਿਆ ਤੇ ਗਹਿਲੀ ਨਦ ਵਿਦਾਨ, ਬਸ ਫਿਰ ਉਸ ਸਮੇਂ ਤੋਂ ਹੀ, ਸੰਧਿਆ ਤੋਂ ਹੀ ਹੱਥ 'ਚ ਹਥੌੜਾ ਫੜ ਲਿਆ ਜੀ। ਹਾਂਜੀ, ਕਰਨ ਲਗੇ ਕਰਤਾਨ ਮਹਾਨ, ਬੜੀ ਮਿਹਨਤ ਨਾਲ ਭਾਂਡਿਆਂ ਤੇ ਮਾਰ ਮਾਰ ਕੇ ਠਠੇਰਿਆਂ ਵਾਲਾ ਜਿਹੜਾ ਕੰਮ ਹੁੰਦਾ ਉਹ ਕਰਦੇ ਆ। ਹੱਥ ਕਾਲੇ ਹੋ ਜਾਂਦੇ ਜੀ ਇਸ ਕੰਮ 'ਚ। ਗੱਜ ਕੇ ਆਖੋ ਵਾਹਿਗੁਰੂ। ਮਿਹਨਤ ਕਰਨੀ ਬੜੀ ਔਖੀ ਵਾਹਿਗੁਰੂ। ਮੈਂ ਤਾਂ ਅੱਗੇ ਆਪਣੇ ਨਾਲਦਿਆਂ ਨੂੰ ਕਹਿਣਾ ਹੁੰਦਾ, ਗੁਰੂ ਨੇ ਸਾਡੇ ਤੇ ਬੜੀ ਮਿਹਰ ਕੀਤੀ ਸੰਗਤ ਦੀ। ਸਤਿਗੁਰੂ ਨੇ ਬੜਾ ਤਰਸ ਕੀਤਾ ਜੀ। ਹੱਥ ਧੋ ਕੇ ਵਧੀਆ ਕੱਪੜੇ ਪਾ ਕੇ ਬਹਿਣਾ, ਗੁਰੂ ਦਾ ਜਸ ਕਰਨਾ, ਕਮੀ ਕੋਈ ਨਹੀਂ ਜੀ। ਹੱਥ ਕਾਲੇ ਹੋ ਜਾਂਦੇ ਸਿੱਖਾਂ ਦੇ ਜੀ। ਹਾਂਜੀ, ਜਥਾ ਠਠੇਰਾ ਵਿਧੀ ਬਤਾਵੈ, ਉਹ ਜਿਵੇਂ ਠਠੇਰਾ ਕਹਿੰਦਾ ਸੀ ਨਾ, ਇਸ ਤਰ੍ਹਾਂ ਕੰਮ ਕਰੋ। ਹਾਂਜੀ, ਪਕਰ ਹਥੋਰੇ ਤਥਾ ਲਗਾਵੈ, ਉਵੇਂ ਹੀ ਫਿਰ ਸਿੱਖ ਹਥੌੜੇ ਫੜ ਕੇ ਕੰਮ ਕਰਦੇ ਸਨ ਜੀ। ਹਾਂਜੀ, ਹੋਤ ਭੌਰ ਲਗ ਬਾਸਨ ਬ੍ਰਿੰਦ, ਸਵੇਰ ਹੋਣ ਤੱਕ ਸਾਧ ਸੰਗਤ ਜੀ ਕਈ ਭਾਂਡੇ ਜਿਹੜੇ ਆ ਉਹਨਾਂ ਤੇ ਹਥੌੜੇ ਮਾਰ ਮਾਰ ਕੇ ਸੈੱਟ ਕਰਨੇ, ਬਣਾਉਣੇ। ਹਾਂਜੀ, ਘਰੇ ਅਗਾਰੀ ਤੇ ਸੋ ਬਿਲੰਦ, ਕਈ ਭਾਂਡੇ ਤਿਆਰ ਕਰ ਦਿੱਤੇ ਜੀ ਉਹਨਾਂ ਨੇ। ਮਨ 'ਚ ਕੀ ਪ੍ਰੇਮ ਹੈ, ਇੱਥੋਂ ਪੈਸੇ ਮਿਲਣਗੇ, ਉਸ ਮਾਇਆ ਦਾ ਆਪਣੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਵਾਂਗੇ। ਗੱਜ ਕੇ ਆਖੋ ਵਾਹਿਗੁਰੂ। ਮਿਹਨਤ ਦੀ ਕਮਾਈ ਹੋਵੇ, ਉਹਦਾ ਭੋਜਨ ਪ੍ਰਸ਼ਾਦਾ ਤਿਆਰ ਕੀਤਾ ਹੋਵੇ, ਬੜਾ ਅਸਰ ਪੈਂਦਾ ਹੈ ਜੀ ਉਹਦਾ। ਹਾਂਜੀ, ਹੋਏ ਪ੍ਰਸੰਨ ਰਜਤ ਪਣ ਦੀਨ, ਉਹ ਠਠੇਰਾ ਬੜਾ ਖੁਸ਼ ਹੋਇਆ ਜੀ।
ਉਹਨੇ ਫਿਰ ਇੱਕ ਸਿੱਕਾ ਦਿੱਤਾ ਜੀ ਦੋਵਾਂ ਨੂੰ। ਹਾਂਜੀ, ਦੋਨੋਂ ਰਸਦ ਖਰੀਦਨ ਕੀਨਾ। ਉਹਨਾਂ ਫਿਰ ਦੋਵਾਂ ਨੇ ਸਮਾਨ ਖਰੀਦਿਆ ਜੀ। ਹਾਂਜੀ, ਚੂਨ ਸੁਚਾਵਰ ਸੂਖਮ ਲੀਨੇ। ਆਟਾ ਵਧੀਆ ਚੌਲ ਲਏ ਜੀ ਉਹਨਾਂ ਨੇ। ਹਾਂਜੀ, ਘਰਿਤ ਮਿਸ਼ਟਾਨ ਲਿਓ ਸ਼ੁਭ ਚੀਨੇ। ਘਿਓ ਮਿੱਠਾ ਸਭ ਕੁਝ ਲਿਆ, ਇੱਕ ਸਿੱਕੇ 'ਚ ਮਿਲ ਜਾਂਦਾ ਸੀ ਸਾਰਾ ਕੁਝ ਜੀ। ਹਾਂਜੀ, ਪਏ ਖਰੀਦ ਗੁਰ ਕੇ ਟਿਗ ਲਿਆਏ। ਫਿਰ ਦੁੱਧ ਵੀ ਖਰੀਦਿਆ, ਸਭ ਕੁਝ ਲੈ ਕੇ ਆਪਣੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਆਏ ਜੀ। ਹਾਂਜੀ, ਪਾਕ ਸਿੱਧ ਸਭ ਕੀਨ ਬਨਾਏ। ਤੇ ਸਭ ਕੁਝ ਫਿਰ ਤਿਆਰ ਕੀਤਾ ਜੀ, ਬਣਾਇਆ ਜੀ। ਹਾਂਜੀ, ਸਭੀ ਤਿਆਰ ਕਰ ਥਾਰ ਪਰੋਸਾ। ਸਭ ਕੁਝ ਤਿਆਰ ਕਰਕੇ, ਵਸਤੂਆਂ ਤਿਆਰ ਕਰਕੇ ਇੱਕ ਥਾਲ 'ਚ ਪਾਈਆਂ ਜੀ। ਹਾਂਜੀ, ਸਤਿਗੁਰ ਕੋ ਅਚਾਏ ਕਰ ਪੋਸਾ। ਸਤਿਗੁਰੂ ਜੀ ਨੂੰ ਛਕਾਇਆ ਜੀ। ਗੱਜ ਕੇ ਆਖੋ ਵਾਹਿਗੁਰੂ। ਭਾਗਾਂ ਵਾਲੇ ਸਿੱਖ ਹੋਣਗੇ ਜੀ। ਸੋਨੇ ਚਾਂਦੀ ਦੇ ਬਰਤਨਾਂ 'ਚ ਛਕਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਸਾਰੀ ਰਾਤ ਸਿੱਖ ਮਿਹਨਤ ਕਰਦੇ ਰਹੇ ਤੇ ਫਿਰ ਪ੍ਰਸ਼ਾਦੇ ਜੋਗਾ ਸਮਾਨ ਆਇਆ ਜੀ। ਭਾਗਾਂ ਵਾਲੇ ਸਿੱਖ ਹੋਣਗੇ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਐਸੇ ਸਮੇਂ 'ਚ ਸੇਵਾ ਕਰ ਰਹੇ ਹੈ। ਹਾਂਜੀ, ਸਭਹਿਨ ਪਾਏ ਆਨੰਦ ਵਿਸ਼ੇਸ਼ੂ। ਬਸ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਰੱਜ ਕੇ ਪ੍ਰਸ਼ਾਦਾ ਛਕ ਲਿਆ ਨਾ ਜੀ, 3-4 ਦਿਨਾਂ ਬਾਅਦ ਸਿੱਖ ਬੜੇ ਖੁਸ਼ ਹੋਏ ਜੀ। ਬੜਾ ਆਨੰਦ ਆਇਆ ਜੀ ਉਹਨਾਂ ਨੂੰ। ਹਾਂਜੀ, ਕਰਤ ਭਏ ਤਿਮਕਾਰ ਹਮੇਸ਼ੂ। ਉਹਨਾਂ ਪੱਕਾ ਹੀ ਇਹ ਕੰਮ ਰੱਖ ਲਿਆ ਵੀ ਹੁਣ ਜਾਵਾਂਗੇ ਠਠੇਰਿਆਂ ਦੀ ਬਸਤੀ ਵਿੱਚ ਜਾ ਕੇ ਭਾਂਡੇ ਘੜਿਆ ਕਰਾਂਗੇ, ਠਠੇਰਿਆਂ ਵਾਲਾ ਕੰਮ ਕਰਾਂਗੇ, ਉਹਦਾ ਜੋ ਮਿਹਨਤਾਨਾ ਮਿਲੇਗਾ ਉਹਦਾ ਆਪਣੇ ਸਤਿਗੁਰੂ ਨੂੰ ਪ੍ਰਸ਼ਾਦਾ ਛਕਾਇਆ ਕਰਾਂਗੇ। ਤੇ ਸੱਚੀ ਗੱਲ 'ਚ ਚੇਤਾ ਰੱਖਿਓ, ਗੁਰੂ ਨਾਨਕ ਸਾਹਿਬ ਨੇ ਲਾਲੋ ਦੇ ਘਰ ਦਾ ਨਹੀਂ ਸੀ ਛਕਿਆ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਲਾਲੋ ਦੇ ਘਰ ਦਾ ਛਕਿਆ ਸੀ। ਉਹ ਜਿਹੜਾ ਬੜਾ ਵੱਡਾ ਸ਼ਾਹੂਕਾਰ ਬਣਿਆ ਸੀ ਨਾ, ਕਹਿੰਦਾ ਕਹਾਉਂਦਾ ਭਾਈ ਲਾਲੋ ਦੀ ਕਿਰਤੀ ਸਨ। ਇੱਕ ਬੰਨੇ ਬੜਾ ਅਮੀਰ, ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੇ ਘਰ ਦਾ ਨਹੀਂ ਸੀ ਛਕਿਆ ਜੀ। ਮਲਕ ਭਾਗੋ ਦੇ ਘਰ ਦਾ ਨਹੀਂ ਸੀ ਛਕਿਆ, ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਦੇ ਘਰ ਦਾ ਛਕਿਆ ਸੀ। ਤੇ ਅੱਜ ਬੜੇ ਬੜੇ ਵੱਡੇ ਲੰਗਰ ਲਾਉਂਦੇ ਆ, ਪਰ ਚੇਤਾ ਰੱਖਿਓ ਪਾਪ ਦੀ ਕਮਾਈ ਹੈ। ਥਾਲਾ ਭਰ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਰੱਖਦੇ ਆ, ਉਹ ਸਮਝਦੇ ਆ ਗੁਰੂ ਗ੍ਰੰਥ ਸਾਹਿਬ ਨੇ ਭੋਗ ਲਾ ਲਿਆ, ਮਹਾਰਾਜ ਕਦੀ ਭੋਗ ਨਹੀਂ ਚਲਾਉਂਦੇ ਜੀ। ਮਹਾਰਾਜ ਉਹ ਪ੍ਰਸ਼ਾਦਾ ਛਕਦੇ ਆ ਜਿਹੜਾ ਮਿਹਨਤ ਨਾਲ ਬਣਿਆ ਹੁੰਦਾ ਜੀ। ਉਹਦੇ ਵਿੱਚ ਭਾਵੇਂ ਥੋੜਾ ਹੀ ਹੋ ਜੇ, ਦਾਲ ਹੀ ਹੋ ਜੇ, ਪਰ ਹੋਵੇ ਮਿਹਨਤ ਵਾਲਾ ਜੀ। ਸਤਿਗੁਰੂ ਉਹ ਛਕਦੇ ਆ ਜੀ। 2-4 ਮਿੰਟ ਲੈ ਕੇ ਫਿਰ ਖਿਮਾ ਮੰਗਾਂਗਾ। ਅੱਜ ਦਾ ਦਿਹਾੜਾ ਬੜਾ ਮਹਾਨ ਹੈ। ਗੱਜ ਕੇ ਆਖੋ ਫਿਰ ਆਖੋ। ਗੁਰੂ ਗ੍ਰੰਥ ਸਾਹਿਬ ਜੀ ਦੇ 3 ਗੁਰਪੁਰਬ ਅਸੀਂ ਮਨਾਉਂਦੇ ਹਾਂ। ਇੱਕ ਗੁਰਪੁਰਬ ਹੈ ਸਤਿਗੁਰੂ ਜੀ ਦਾ ਪਹਿਲਾ ਪ੍ਰਕਾਸ਼ ਪੁਰਬ, ਜੋ 7 ਤਰੀਕ ਨੂੰ ਆ ਰਿਹਾ ਜੀ। ਇੱਕ ਗੁਰਪੁਰਬ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਗੁਰਪੁਰਬ। ਤੇ ਇੱਕ ਗੁਰਪੁਰਬ ਹੈ ਸਾਧ ਸੰਗਤ ਜੀ ਜਿਹੜਾ ਅੱਜ ਹੈ, ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ। ਬਾਕੀ ਸਤਿਗੁਰੂ ਜਿਹੜੇ ਨੇ ਨਾ, ਹਰ ਗੁਰੂ ਦਾ ਜੋਤੀ ਜੋਤ ਪੁਰਬ ਹੁੰਦਾ, ਕਿਸੇ ਦਾ ਸ਼ਹੀਦੀ ਆਉਂਦਾ, ਕਿਸੇ ਦਾ ਜੋਤੀ ਜੋਤ ਆਉਂਦਾ ਹੈ। ਪਰ ਪਿਆਰਿਓ, ਜਿਨ੍ਹਾਂ ਦੀ ਹਜ਼ੂਰੀ ਵਿੱਚ ਆਪਾਂ ਬੈਠੇ ਆ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ, ਗੁਰੂ ਗ੍ਰੰਥ ਸਾਹਿਬ ਜੀ ਦਾ ਕਦੀ ਜੋਤੀ ਜੋਤ ਪੁਰਬ ਨਹੀਂ ਆਉਣਾ ਜੀ। ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਲ ਨੇ। ਗੁਰੂ ਗ੍ਰੰਥ ਸਾਹਿਬ ਸਦਾ ਮਿਹਰਬਾਨ ਹਨ। ਅੱਜ ਸਤਿਗੁਰੂ ਜੀ ਦਾ ਸੰਪੂਰਨਤਾ ਦਿਵਸ ਹੈ। ਸੰਪੂਰਨਤਾ ਦਿਵਸ ਕੀ ਹੁੰਦਾ ਹੈ, ਉਹਦੇ ਬਾਰੇ ਮੈਂ ਬੇਨਤੀ ਕਰਕੇ ਖਿਮਾ ਮੰਗਾਂਗਾ, ਧਿਆਨ ਨਾਲ ਸੁਣਿਓ। ਗੱਜ ਕੇ ਆਖੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਤੁਸੀਂ ਕਥਾ ਸੁਣੀ ਹੈ, ਜਿਹੜਾ ਸਰੂਪ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਲਿਖਵਾਇਆ, ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ। ਅੱਜ ਉਹ ਸਰੂਪ ਕਰਤਾਰਪੁਰ ਜਲੰਧਰ ਵਾਲੇ ਉੱਥੇ ਸੁਭਾਏਮਾਨ ਹੈ ਜੀ। ਉਹ ਅੱਜ ਵੀ ਸਰੂਪ ਹੈ। ਉਹਦੇ ਵਿੱਚ ਜਾ ਕੇ ਦਰਸ਼ਨ ਕਰ ਲਿਓ। ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਸਰੂਪ ਜਿਹੜੇ ਪ੍ਰਕਾਸ਼ਮਾਨ ਨੇ,
ਇਹਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਵੀ ਬਾਣੀ ਹੈ, ਪਰ ਉਸ ਸਰੂਪ 'ਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨਹੀਂ। ਕਿਉਂ? ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਜੇ ਆਗਮਨ ਨਹੀਂ ਸੀ ਹੋਇਆ ਜੀ। ਉਹਨਾਂ ਦੀ ਬਾਣੀ ਕਿਵੇਂ ਆਏਗੀ? ਪਰ ਕਮਾਲ ਦੀ ਗੱਲ ਇਹ ਹੈ, ਗੁਰੂ ਅਰਜਨ ਦੇਵ ਮਹਾਰਾਜ ਨੇ ਉਸ ਸਰੂਪ ਵਿੱਚ ਪਹਿਲਾਂ ਹੀ ਉਹ ਜਗ੍ਹਾ ਖਾਲੀ ਛੱਡੀ ਹੋਈ ਸੀਗੀ ਜਿੱਥੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਮਹਾਰਾਜ ਨੇ ਲਿਖਾਈ ਹੈ ਜੀ। ਸਾਰੀ ਬਾਣੀ ਲਿਖਾਈ ਜਦੋਂ, ਉਹਨੂੰ ਸੰਪੂਰਨਤਾ ਦਿਵਸ ਕਹਿੰਦੇ ਆ। ਮਹਾਰਾਜ 10ਵੇਂ ਪਾਤਸ਼ਾਹ ਨੇ ਦਮਦਮਾ ਸਾਹਿਬ ਇਹ ਮਹਾਨ ਕਾਰਜ ਕੀਤਾ ਜੀ। ਸਮਾਂ ਬਣਿਆ ਸਾਖੀ ਬੜੀ ਲੰਮੀ ਹੈ, ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਇਹ ਪੰਕਤੀ ਦਾ ਪਾਠ ਕਰਨਾ ਸੀ। ਸਿੱਖ ਨੇ ਕਹਿਤਾ ਕੇ ਜਾਣੇ ਗੁਰਸੂਰਾ। ਮਹਾਰਾਜ ਨੇ ਕਿਹਾ ਸਾਡੇ ਅੰਗ ਤੋੜਦੇ ਹੋ, ਕੇ ਬੋਲਣ ਦੇ ਉਹ ਕੈ ਬੋਲਣਾ ਸੀ। ਆਪਾਂ ਵੀ ਇਸ ਤਰ੍ਹਾਂ ਕਰਦੇ, ਬਾਣੀ ਪੜ੍ਹਨ ਲੱਗਿਆ ਧਿਆਨ ਵਿਰਲਾ ਹੀ ਰੱਖਦਾ ਕੋਈ ਜੀ, ਵੀ ਮਾਤਰਾ ਮਾਸਾ ਹੀ ਲਾਉਣੀ ਹੈ, ਜੋ ਮੂੰਹ ਚਾਹੁੰਦਾ ਬਸ ਬੋਲੀ ਜਾਂਦੇ ਹੈ। ਸਿੱਖ ਕੇ ਪੜ੍ਹਨੀ ਚਾਹੀਦੀ, ਨਹੀਂ ਤਾਂ ਧਿਆਨ ਦਿਓ। YouTube ਤੇ ਬੜੇ ਸਾਧਨ ਨੇ ਅੱਜ ਕੱਲ੍ਹ। ਉਹ ਸਿੱਖ ਕਹਿੰਦੇ ਮਾਰੇ ਫਿਰ ਅਰਥ ਸੁਣਾਓ ਸਾਰੀ ਬਾਣੀ ਦੇ। ਸਤਿਗੁਰੂ ਜਦੋਂ ਅਰਥ ਸੁਣਾਉਣ ਦੀ ਗੱਲ ਕੀਤੀ, ਮਹਾਰਾਜ ਕਹਿੰਦੇ ਸਰੂਪ ਤੀਰ ਮੱਲੀਆਂ ਕੋਲ ਹੈ, ਗੁਰੂ ਅਰਜਨ ਸਾਹਿਬ ਜੀ ਨੇ ਜਿਹੜਾ ਲਿਖਵਾਇਆ। ਮਹਾਰਾਜ ਨੇ ਸਿੱਖ ਭੇਜੇ ਉੱਥੇ। ਉਹ ਕਹਿੰਦੇ ਜੇ ਗੁਰੂ ਗੋਬਿੰਦ ਸਿੰਘ ਪੂਰੇ ਨੇ ਤੇ ਉਹਨਾਂ ਨੂੰ ਕੋਈ ਸਰੂਪ ਆਪ ਨਵਾਂ ਲਿਖਾ ਲਓ। ਮਹਾਰਾਜ ਕਹਿੰਦੇ ਠੀਕ ਹੈ। ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਜੀ, ਇਹਨਾਂ ਦੋਵਾਂ ਨੂੰ ਲਿਖਾਰੀ ਲਾਇਆ। ਬਾਬਾ ਜੀ ਦੀ ਡਿਊਟੀ ਸੀ ਕਲਮਾ ਘੜਨ ਦੀ ਜੀ, ਸਿਆਹੀ ਤਿਆਰ ਕਰਨ ਦੀ ਜੀ। ਉੱਥੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਸਰੂਪ ਲਿਖਵਾਇਆ ਜੀ। ਜਿਹੜੇ ਜਾਣਕਾਰ ਨੇ ਉਹਨਾਂ ਨੂੰ ਪਤਾ ਹੋਣਾ, ਜਿੰਨੇ ਸਰੂਪ ਨੇ ਨਾ ਉਹਨਾਂ 'ਤੇ ਲਿਖਿਆ ਹੁੰਦਾ ਦਮਦਮੀ ਬੀੜ। ਦਮਦਮੀ ਬੀੜ ਕਿਉਂ ਲਿਖਿਆ ਹੁੰਦਾ? ਇਹ ਦਮਦਮਾ ਸਾਹਿਬ ਵਾਲੀ ਬੀੜ ਹੈ। ਪਹਿਲੀ ਬੀੜ ਕਿਹੜੀ? ਕਰਤਾਰਪੁਰ ਵਾਲੀ ਜੀ। ਉਹਦੇ 'ਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨਹੀਂ ਦਰਜ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਓਅੰਕਾਰ ਤੋਂ ਬਾਣੀ ਲਿਖਾਉਣੀ ਆਰੰਭ ਕੀਤੀ। ਮਹਾਰਾਜ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਨਾਲ ਲਿਖਾਉਂਦੇ ਆ। ਹੁਣ ਵੇਖੋ ਕਮਾਲ ਦੀ ਗੱਲ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸਰੂਪ ਦੇ ਪਹਿਲਾਂ ਕਦੀ ਦਰਸ਼ਨ ਨਹੀਂ ਸੀ ਕੀਤੇ ਵੀ ਕਿੱਥੇ ਜਗ੍ਹਾ ਛੱਡੀ ਹੈ, ਪਰ ਮਹਾਰਾਜ ਬਿਲਕੁਲ ਉੱਥੇ ਹੀ ਬਾਣੀ ਲਿਖਾਉਂਦੇ ਆ ਜਿੱਥੇ ਜਗ੍ਹਾ ਛੱਡੀ ਸੀਗੀ। ਉਹ ਸਰੂਪ ਹੀ ਵੱਖਰਾ, ਉਹਦੇ ਕਦੀ ਦਰਸ਼ਨ ਹੀ ਨਹੀਂ ਕੀਤੇ ਜੀ। ਉਹ ਕਿਵੇਂ ਪਤਾ ਲੱਗਦਾ? ਇਹ ਗੁਰੂ ਹੈ ਸਾਧ ਸੰਗਤ ਜੀ। ਇਹ ਸਤਿਗੁਰ ਕੀ ਮਹਿਮਾ, ਸਤਿਗੁਰ ਜਾਣੈ ਜੋ ਕਿਛ ਕਰੈ ਸੋ ਆਪਨ ਪਾਣੈ। ਸਤਿਗੁਰੂ ਜੀ ਨੇ ਸਾਰਾ ਸਰੂਪ ਲਿਖਾਇਆ ਜੀ। ਜਿੰਨਾ ਸਰੂਪ ਲਿਖਾਉਂਦੇ ਆ, ਸ਼ਾਮ ਨੂੰ ਉਹਦੀ ਕਥਾ ਕਰਦੇ ਆ, ਸਵੇਰ ਨੂੰ ਉਹਦੀ ਕਥਾ ਕਰਦੇ ਆ। ਗੁਰੂ ਗੋਬਿੰਦ ਸਿੰਘ ਜੀ ਜਦੋਂ ਕਥਾ ਕਰਦੇ ਆ, ਉਸ ਕਥਾ ਦਾ ਅਸਰ ਇੰਨਾ ਪੈਂਦਾ ਸੀ, ਜਿਸ ਦਿਨ ਭੋਗ ਪਿਆ ਕਈ ਸਿੰਘ 40 ਸਿੰਘ ਐਸੇ ਸਨ ਜਿਹੜੇ ਬਦੇਹ ਮੁਕਤ ਹੋਏ, ਸਰੀਰ ਸਮੇਤ ਸੱਚਖੰਡ ਚਲੇ ਗਏ ਜੀ। ਅਵਸਥਾ ਬਣ ਗਈ ਜੀ ਉਹਨਾਂ ਦੀ। ਉਹ ਫਿਰ ਸਾਰਾ ਕਾਰਜ ਜਿਹੜਾ ਸੀ ਨਾ ਗੁਰੂ ਗ੍ਰੰਥ ਸਾਹਿਬ ਦੀ ਬਿਲਕੁਲ ਤਿਆਰ ਬਰ ਤਿਆਰ 9ਵੇਂ ਪਾਤਸ਼ਾਹ ਜੀ ਦੀ ਬਾਣੀ ਸਮੇਤ, ਉਹ ਅੱਜ ਵਾਲਾ ਦਿਨ ਹੈ ਦਮਦਮਾ ਸਾਹਿਬ ਦੀ ਧਰਤੀ 'ਤੇ। ਅੱਜ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਰੂਪ ਦਿੱਤਾ। ਉਸ ਬੀੜ ਦਾ ਨਾਮ ਦਮਦਮੀ ਬੀੜ ਰੱਖਿਆ ਗਿਆ ਜੀ। ਨਾਲ ਇੱਕ ਹੋਰ ਬੜੀ ਵੱਡੀ ਕਿਰਪਾ ਕੀਤੀ, ਉਹ ਜਿਨ੍ਹਾਂ ਕਲਮਾਂ ਨਾਲ ਸਰੂਪ ਲਿਖਿਆ ਗਿਆ ਸੀ, ਸਿੰਘਾਂ ਪੁੱਛਿਆ, ਸਿੰਘਾਂ ਨੇ ਮਹਾਰਾਜ ਉਹਨਾਂ ਕਲਮਾਂ ਦਾ ਕੀ ਕਰਨਾ? ਸਤਿਗੁਰਾਂ ਨੇ ਖੁਦਵਾਹੀ ਕਰਵਾਈ, ਅਤੇ ਖੁਦਵਾਹੀ ਕਰਵਾ ਕੇ ਨਾ ਉਹ ਕਲਮਾਂ ਨੱਪਤੀਆਂ, ਉੱਤੇ ਜਲ ਭਰ ਦਿੱਤਾ, ਸਰੋਵਰ ਬਣਾਤਾ ਛੋਟਾ ਜਿਹਾ। ਅਤੇ ਨਾਲ ਸਤਿਗੁਰੂ ਨੇ ਬਚਨ ਕੀਤਾ, ਜਿਹਨੂੰ ਬਿਲਕੁਲ ਪੜ੍ਹਨਾ ਲਿਖਣਾ ਨਹੀਂ ਆਉਂਦਾ, ਉਹ ਇੱਥੇ ਇਸ਼ਨਾਨ ਕਰੇਗਾ, ਉਹਨੂੰ ਪੜ੍ਹਨਾ ਲਿਖਣਾ ਆ ਜਾਏਗਾ। ਨਾਲ ਉੱਥੇ ਲਿਖਣ ਸਰ ਅਸਥਾਨ ਹੈ, ਮਿੱਟੀ ਦੇ ਉੱਤੇ ਊੜਾ ਐੜਾ 35 ਜਿਹੜਾ ਲਿਖੇਗਾ, ਉਹਨੂੰ ਬਾਣੀ ਪੜ੍ਹਨੀ ਆਵੇਗੀ, ਉਹਨੂੰ ਪੰਜਾਬੀ ਪੜ੍ਹਨੀ ਆਵੇਗੀ। ਜਿਹਨੂੰ ਬੋਲਣਾ ਨਹੀਂ ਆਉਂਦਾ ਊੜਾ ਐੜਾ, ਉਹਨੂੰ ਉੱਥੇ ਆ ਜਾਏਗਾ।
ਸਤਿਗੁਰੂ ਜੀ ਨੇ ਬਚਨ ਕੀਤਾ ਸੀ। ਮੈਂ 10 ਵੀ ਲਿਖ ਕੇ ਆਇਆ ਉੱਥੇ ਊੜਾ ਐੜਾ, ਬੜੀਆਂ ਸੰਗਤਾਂ ਜਾਂਦੀਆਂ ਸਾਰੇ ਉੱਥੇ ਊੜਾ ਐੜਾ ਲਿਖ ਕੇ ਆਉਂਦੇ ਆ। ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਸੀਗਾ। ਅੱਜ ਵੀ ਸਤਿਗੁਰੂ ਜੀ ਦਾ ਉਹ ਬਚਨ ਵਰਤਦਾ ਹੈ। ਪਿਆਰਿਓ, ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ 'ਤੇ ਚਾਅ ਹੁੰਦਾ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ 'ਤੇ ਚਾਅ ਹੁੰਦਾ ਹੈ। ਅਜੇ ਉਹ ਸਾਡੇ ਵਿੱਚ ਸਰੀਰ ਕਰਕੇ ਦਰਸ਼ਨ ਕਰਨੇ ਹੋਣ, ਬੜੀ ਮਿਹਨਤ ਲੱਗੇਗੀ, ਬੜੀ ਬਾਣੀ ਦਾ ਜਾਪ ਕਰਨਾ ਪਏਗਾ। ਪਰ ਗੁਰੂ ਗ੍ਰੰਥ ਸਾਹਿਬ ਤੇ ਸ਼ਬਦ ਕਰਕੇ ਵੀ ਸਾਡੇ ਵਿੱਚ ਨੇ ਤੇ ਦੇਹ ਕਰਕੇ ਵੀ ਸਾਡੇ ਵਿੱਚ ਨੇ। ਇਹਨਾਂ ਦਾ ਪੁਰਬ ਹੋਵੇ ਤੇ ਚਾਓ ਹੀ ਕੋਈ ਨਾ ਹੋਵੇ ਜੀ, ਇਹ ਤਾਂ ਫਿਰ ਸਾਡੇ ਵਾਸਤੇ ਮਾੜੀ ਗੱਲ ਹੈ ਨਾ। ਸੋ ਮਹਾਰਾਜ ਜੀ ਦਾ ਅੱਜ ਸੰਪੂਰਨਤਾ ਦਿਵਸ ਹੈ। ਸਾਰੀਆਂ ਸੰਗਤਾਂ ਨੂੰ ਉਸ ਦੀ ਬਹੁਤ ਬਹੁਤ ਵਧਾਈ ਹੋਵੇ ਜੀ। ਦਾਸ ਪੰਕਤੀ ਪੜ੍ਹੇਗਾ, ਸਾਰੀਆਂ ਸੰਗਤਾਂ ਪੜ੍ਹੋ, ਫਿਰ ਦਾਸ ਖਿਮਾ ਮੰਗੇ। ਗੱਜ ਕੇ ਕਹੋ ਸਤਿਗੁਰੂ ਜੀ ਵੱਲ, ਦੋਵੇਂ ਹੱਥ ਜੋੜ ਕੇ ਨਮਸਕਾਰ ਕਰੋ ਤੇ ਪ੍ਰੇਮ ਨਾਲ ਪੜੋ। ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ 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 ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ 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 ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਦੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਸਾਰੀਆਂ ਸੰਗਤਾਂ ਫਤਿਹ ਬੁਲਾਓ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ।